ابرار ملک کیسر دیجیے. او نہیں جی. اچھا ٹھیک ہو میں تو یار علی نے کل 11 لکیراں کٹیاں تے ٹھیک. سبحان اللہ ماشاء اللہ. جو کوئی غلطی کرے بالکل جی بالکل کیا ہے. بکرا یوسفی تے پا دیا کرو. میری طرف اجازت ہے. ਮੈਨੂੰ ਲੱਗਦਾ ਰਾਜਾ ਸਾਹਿਬ ਨੂੰ ਵੀ ਜਗਾਉਣਾ ਪੈਣਾ ਜੀ. ہاں نہیں نہیں. ਕਾਦੀ اچھا ਸਜ਼ਾ. ملک کیسر نو کی سزا ہے؟ ਨਹੀਂ ਇਹਨਾਂ ਨੂੰ ਬੱਕਰੇ ਜਿਹੜਾ ਨਾ ਖਵਾ ਕੇ ਇਹਨਾਂ ਦਾ ਕੋਲੇਸਟ੍ਰੋਲ ਜਿਹੜਾ ਨਾ ਘੱਟ ਕਰ ਦੇਣਾ ਇਨਸ਼ਾਅੱਲਾ. اگر اس دن یوسفی بکرا لے کے نہ آتا تو میں راجا جوید صاحب کی فوٹو ٹنگ کے نا او گال وانی سی کہ پوری دنیا نے تکنا سی تھی. لو جی نجب صاحب تو بھی بکرا پی گیا جی. نجف ਆ ਗਿਆ نجف میں نوکر نجف عباس. بکرے حکم کرو جن بکرے کھانے جے یہ کہڑی گل ہے. السلام علیکم یوسف بھائی سارے سلام دلہ. وعلیکم السلام ورحمۃ اللہ وبرکاتہ. ਹਾਂਜੀ ਸੁਣਾਓ ਕੀ ਹਾਲ ਹੈ ਠੀਕ ਹੋ ਤੁਹਾਡੇ ਕੋਲ ਮੌਸਮ ਚੇਂਜ ਹੋਇਆ ਕੁਛ. او یار اج پھر گرمی پین رہی ہے. ਅੱਛਾ ਇੱਥੇ ਧੁੰਦ ਪੈਣ ਲੱਗੀ ਹੈ ਬਾਹਰ. علی صاحب علی بھائی تو جا رہے ہیں پاکستان. ساڈے گناہ بہت نے سانو سردی نہیں آ رہی. ایتھے ہی سزا لبھی. بالکل وہ باقاعدہ طور تے سین ہوا سی لیکن اتنے تو یقین کرو اج پھر میں صبح اٹھیا تے باہر ہے پورا دھوپ صحیح چبھدی پئی ہے. اسٹیٹ نے پڑھوائی سی اذان نماز. اچھا اسٹیٹ نے کنگڈم نے پڑھوائی کنگڈم نے. ہیڈ آف اسٹیٹ نے. کی گل اج ملک صاحب نو بکرا نہیں لب رہا. ملک صاحب نو اج بکرا تے لب گیا لیکن چھری نہیں لبدی پئی. اج 11ویں شریف کا ختم سی. بڑی 11ویں شریف دا ختم سی تے میں اتنا کچھ بکرا چاڑیا نا کہ مینوں نیند نہیں آ رہی. اتنے چڑھ رہا ہو بکرا چڑھ رہے ہوتے. ایک منٹ مارگریٹا مارو نا کالا نمک پا کے. میں شراب نہیں ਉਹ پیندا ਨਜਬ ਉਹ ਕੀ ਨਾਮ ਹੈ شراب نہیں ਅਕਸਰ جی استغفر اللہ. ਵਲੌਗ ਬਣਾਉਂਦੇ ਨੇ ਬੰਦੇ ਆਪਣੇ ਅਰਬੀਆਂ ਦੇ. ਤੂੰ ਵੀ ਬਣਾਇਆ ਕਰਨਾ. ਉਹ ਡਰਾਈਵਰ ਇੱਕ ਮੁੰਡਾ ਬਣਾਉਂਦਾ ਹੈ ਚੰਗੇ ਪੈਸੇ ਆ ਜਾਂਦੇ YouTube ਚੈਨਲ ਬਣਾ ਕੇ ਨਾ. ਉਹ ਮੈਨੂੰ ਬੜਾ ਪੈਸੇ ਬਣਾਉਂਦੀ ਤੇ ਬਈ ਇੱਕ ਮੁੰਡਾ ਤਾਂ ਆਹੋ ਨਹੀਂ ਵੈਸੇ ਇੱਕ ਨਹੀਂ ਯਾਰ ਗੱਲ ਪਤਾ ਪੈਸੇ ਨਹੀਂ ਟਾਈਮ ਚਲੋ ਵੈਸੇ ਗੱਲ ਵੀ ਕਰਨਾ. ਦੇਖੋ ਨਾ ਟਾਈਮ ਬਹੁਤ ਸ਼ਾਰਟ ਹੁੰਦਾ ਮਤਲਬ ਉਹ ਤੁਸੀਂ ਆਪਣੇ ਵੇਖਦੇ ਹੋ ਬੋਸ ਦੀ ਬਣਾਉਂਦਾ ਰਹਿੰਦਾ ਹੈ. ਆਪਣੇ ਬੋਸ ਦੀ ਅਰਬੀ ਦੀ ਬਣਾਉਂਦਾ ਰਹਿੰਦਾ ਨਾਲ. ਨਹੀਂ ਮੇਰੇ ਨਾਲ ਬੜਾ ਅਰਬੀ ਨਹੀਂ ਚੰਗਾ ਨੇ ਯਾਰ ਅਰਬੀ. ਮੇਰੇ ਨਾਲ ਅਰਬੀ ਨਹੀਂ ਨੇ ਮੇਰੇ ਨਾਲ ਅਰਮੀਨੀਅਨ ਫੈਮਿਲੀ ਪਹਿਲਾਂ ਯੂਕਰੇਨੀਅਨ ਸੀ ਹੁਣ ਅਰਮੀਨੀਅਨ ਹੈ. ਆਰਮੀਨੀਆ ਲੈਂਗੁਏਜ ਉਹ ਕਿਹੜੀ ਬੋਲਦੇ ਨੇ. ਉਹ ਰਸ਼ੀਅਨ ਬੋਲਦੇ ਜੇ ਕੱਕ ਜਲਾ ਰਸ਼. ਅੱਛਾ رشین بولتے ہیں یعنی جارجیا ہو گیا ارمینیا ہو گیا بلغاریہ ہو گیا رشین ریاست سننا پہنا ایون کہ یوکرینی بھی رشین ہی بولتے ہیں. ਅੱਛਾ ਵਾਹ ਜੀ ਵਾਹ. وائی کل کوئی اکبر خان صاحب نے گال وائی ہے عامر نذیر صاحب نے. ਕਿੰਨੇ اکبر خان صاحب نے ਕਿਉਂ. ਤੇ ਆਹੋ ਮੈਂ ਸੁਣਿਆ ਵੀ ਉੱਥੇ ਨਾਸਰ ਬਾਟ ਕਹਿਣ ਲੱਗਿਆ ਸੀ ਉਹਦੀ ਬਰਾੜ ਦੇਖੀ ਹੋਈ ਹੈ ਅਕਬਰ ਖਾਨ ਨੂੰ ਭੁੰਥ ਰਿਹਾ ਸੀ. اکبر خان صاحب چڑھے تے نذیر صاحب چڑھ گئے انہوں نے تے. ਕਿਹਨੂੰ ਗਾਲਾਂ ਕੱਢੀਆਂ ਨੇ ਆਮਿਰ ਸਾਹਿਬ ਨੂੰ. ਕਿਉਂ کتنا ٹائم پتہ ہے؟ پورا 1 گھنٹہ. ਉਹ ਕਿਉਂ.
ਬਸ ਉਹਨਾਂ ਦਾ ਦਿਲ ਕਰ ਰਿਹਾ ਸੀ, ਗਾਲਾਂ ਆਈਆਂ ਸਨ ਉਹਨਾਂ ਨੂੰ। ਕਿੱਥੇ ਕਿੱਥੇ ਕੱਢੀਆਂ ਉਹਨਾਂ ਨੇ? ਮਤਲਬ ਆਦਰ ਕੈਸਰ ਦੀ ਦੀ ਬਰਾੜ ਤੇ। ਤੁਹਾਡੀ ਬਰਾੜ ਤੇ? ਹਾਂਜੀ ਕਿਉਂ, ਵਜ੍ਹਾ ਕੀ? ਕਢਵਾਈ ਇਹਨਾਂ ਪਵਾਈਆਂ ਨੇ, ਸ਼ਾਇਦ ਯੂਸਫ ਭਾਈ ਇਹਨਾਂ ਪਵਾਈਆਂ ਨੇ। ਮੈਂ ਤੇ ਬਾਈ ਜਦੋਂ ਬਰਾਤ ਆਨ ਕਰਦਾ ਵਾਂ ਤੇ ਇੱਕ ਐਸੀ ਦੀ ਬੰਦੇ ਤੈਸੀ ਨਹੀਂ ਉਹਨੇ ਗਾਲ ਕੱਢੀ। ਕਿੰਨੇ ਕੱਢੀ ਗਾਲ? ਗਾਲ ਕਿੰਨੇ ਕੱਢੀ? ਉਹ ਨਹੀਂ, ਉਹ ਮਜਜ਼ੂਬ ਹੋਇਆ ਸੀ, ਮਤਲਬ ਉਹ ਕੱਲ ਉਹਦੀ ਹਾਲਤ ਇੰਦੀ ਸੀ, ਡਾਇਲਾਸਿਸ ਸਨ ਯੂਸਫ ਭਾਈ ਉਹਦੇ, ਤੇ ਉਹਨੂੰ ਕੋਈ ਨਾ ਕੋਈ ਦਵਾਈ ਲੜ ਗਈ ਸੀ। ਮੈਨੂੰ ਇੰਝ ਲੱਗਦਾ ਕਿ ਜਿਵੇਂ ਅਨੈਸਥੀਸੀਆ ਉਹਨੂੰ ਦਿੱਤਾ ਗਿਆ ਸੀ, ਉਸ ਹਾਲਤ ਦੇ ਵਿੱਚ ਹੀ ਸੀ ਉਹ। ਬੜੀ ਗਾਲ ਵਾਈ ਉਹਨੇ, ਵਿੱਚੇ ਮਿਰਜ਼ਾ ਸਾਹਿਬ ਨੂੰ ਵੀ ਕੱਢੀਆਂ ਨੇ ਗਾਲਾਂ, ਅੱਛਾ, ਵਿੱਚੇ ਅਲੀਮ ਨੂੰ ਵੀ ਬਾਬਰ ਕੱਢੀਆਂ, ਭਾਈ ਦੱਸਣ ਦੇ ਨਾਲ ਰਿਕਾਰਡਿੰਗ ਕੀਤੀ ਹੋਣੀ ਹੈ ਸ਼ਾਇਦ ਬਾਬਰ ਭਾਈ ਨੇ। ਅਸਲਾਮ ਵਿੱਚੇ ਵਾਲੇਕੁਮ ਬਾਬਰ ਜੰਬਾ ਭਾਈ। ਸਾਹਿਬ ਨੂੰ ਵੀ ਕੱਢ ਗਿਆ ਗਾਲਾਂ। ਵਾਲੇकुम अस्सलाम। ਬਾਬਰ ਭਾਈ ਕੀ ਹਾਲ ਹੈ? ਜੀ ਅਲਹਮਦੁਲਿਲਾ ਜੀ, ਅਸਲਾਮ ਵਾਲੇਕੁਮ। ਹੈ ਰਿਕਾਰਡਿੰਗ ਸਾਰੀ ਹੈਗੀ ਹੈ। ਉਹ ਮੇਰੇ ਹਾਲ ਹਸਪੀਟਲ ਸੀ, ਪਿੱਛੋਂ ਨਰਸ ਦੀਆਂ ਆਵਾਜ਼ਾਂ ਆ ਰਹੀਆਂ ਸਨ ਕਿ ਹੌਲੀ ਬੋਲ, ਤੇ ਉਹ ਨਸ਼ੇ 'ਚ ਹੈਗਾ ਸੀ ਮੈਨੂੰ ਲੱਗਦਾ ਹੈ। ਦਵਾਈ ਦਾ ਨਸ਼ਾ ਸੀ ਉਹਨੂੰ। ਨਸ਼ੇ 'ਚ ਸੱਚ ਬੋਲ ਗਿਆ। ਤੇ ਉਹ ਰਿਕਾਰਡਿੰਗ ਅਪਲੋਡ ਕੀਤੀ ਨੇ ਤੁਸੀਂ? ਹਾਂਜੀ ਹਾਂਜੀ ਕੀਤੀ ਹੈ ਵੇ। ਅੱਛਾ, ਉਹ ਸਿਕਰ ਭਾਈ ਤੇ ਆ ਜਾ ਕਾਲ ਤੇ। ਉਹ ਵਸੀਮ ਭਾਈ ਨੂੰ ਲੱਭੋ, ਉਹ ਹਸਪੀਟਲ ਜਾ ਰਹੇ ਸਨ ਉਹਦੇ ਕੋਲ। ਅੱਛਾ। ਪਤਾ ਕਰਵਾ ਲੈਨੇ ਆ। ਵਸੀਮ ਭਾਈ ਨੂੰ ਸ਼ੇਅਰ ਕਰੋ। ਉਹ ਕਿਉਂਕਿ ਉਹਨੂੰ ਕਹਿ ਰਹੇ ਟੀਮ ਸਨ ਬਰਾੜ ਸ਼ੇਰ ਵਸੀਮ ਭਾਈ ਨੂੰ ਪੁੱਛ ਲੈਣੇ ਆ ਉਹਨੇ। ਅੱਲਾ ਰਹਿਮ ਫਰਮਾਏ, ਅੱਲਾ ਮਾਫ ਫਰਮਾਏ। ਅੱਲਾਹ ਪਾਕ ਰਹਿਮ। ਵੈਸੇ ਅਜੀਬ ਹੀ ਕੰਮ ਹੋਇਆ ਹੈ। ਪਹਿਲੇ ਇਹਨੇ ਕਦੀ ਨਹੀਂ ਅਮਰ ਭਾਈ ਨੂੰ ਕੋਈ ਗਾਲ ਕੱਢੀ ਅੱਜ ਤੱਕ। ਪਹਿਲੀ ਦਫਾ ਹੀ ਕੱਲ ਇਸ ਤਰ੍ਹਾਂ ਹੋਇਆ ਹੈ। ਮਾੜੀ ਗੱਲ ਹੈ ਯਾਰ। ਨਹੀਂ ਨਹੀਂ, ਅੱਜ ਤੇ ਲੀਮ ਸਾਹਿਬ ਨੂੰ ਵੀ ਗਾਲਾਂ ਕੱਢੀਆਂ ਨੇ। ਲੀਮ ਦਾ ਨਾਮ ਹੀ ਲਿਆ ਹੁੰਦਾ। ਲੀਮ ਸਾਹਿਬ ਉੱਤੇ ਆ, ਉਹਨਾਂ ਦਾ ਤੁਹਾਡਾ ਅਸਲ ਨਾਮ ਹੀ ਨਾ ਕੁਝ ਲਿਆ ਉੱਤੇ। ਨਹੀਂ, ਉਹ ਹਾਲਤ ਇੰਜੀ ਸੀ, ਉਹਨਾਂ ਦਾ ਕਸੂਰ ਨਹੀਂ ਹੈ। ਮੈਂ ਅਕਬਰ ਖਾਨ ਸਾਹਿਬ ਦਾ ਕਸੂਰ ਨਹੀਂ ਹੈ, ਉਹਨਾਂ ਦੀ ਹਾਲਤ ਇੰਜੀ ਸੀ ਕਿ ਇਹਨਾਂ ਦੀ ਰਿਕਾਰਡਿੰਗ ਵੀ ਕੀਤੀ ਅਲੀਮ ਭਾਈ ਨੇ। ਹਾਂਜੀ ਲੀਮ ਸਾਹਿਬ ਕੀ ਹਾਲ ਹੈ? ਠੀਕ ਠਾਕ ਹੋ ਰਹੀ ਹੈ? ਤੇ ਲੀਮ ਸਾਹਿਬ ਯਾਰ, ਲੀਮ ਸਾਹਿਬ ਕਿੱਥੇ ਇੱਥੇ ਤੁਹਾਨੂੰ ਨਜ਼ਰ ਆ ਰਿਹਾ? ਕੋਈ ਆ ਰਿਹਾ ਕੋਈ ਬੰਦਾ ਜੀ? ਹਾਂਜੀ ਹਾਂਜੀ ਹਾਂਜੀ, ਮੈਂ ਬਸ ਜੀ। ਮੁਹੰਮਦ ਹੁਸੈਨ ਅਸਲਾਮ ਵਾਲੇਕੁਮ ਸਭ ਨੂੰ। ਬਸ ਸੈਨ ਨਾਮ ਹੈ ਭਾਈ ਮੇਰਾ। ਇਹ ਤੁਸੀਂ ਪਤਾ ਨਹੀਂ ਮੇਰੇ ਕੌਣ ਨੇਮ ਸੇਕ ਨੇ ਯਾਰ, ਉਹਨਾਂ ਨੂੰ ਤੁਸੀਂ ਇਸੇ ਨਾਮ ਤੋਂ ਬੁਲਾਓ। ਨਹੀਂ ਨਹੀਂ, ਉਹਨਾਂ ਨੇ ਕੁਝ ਹੋਰ ਨਾਂ ਲਿਆ ਸੀ ਅੱਜ ਤੁਹਾਡਾ, ਮੈਨੂੰ ਯਾਦ ਨਹੀਂ ਪਿਆ ਆਂਦਾ। ਕਿੱਥੇ ਗਾਲਾਂ ਪਈਆਂ ਨੇ ਅੱਜ? ਫਿਰ ਪੈ ਗਈਆਂ ਨੇ ਗਾਲਾਂ ਮੈਨੂੰ। ਨਾਸਰ ਬੱਟ ਸਾਹਿਬ ਕੁਝ ਕਹਿ ਰਹੇ ਹਨ, ਤਾਰੀਫ ਕਰ ਰਹੇ ਹਨ ਤੁਹਾਡੀ, ਤੁਹਾਡਾ ਨਾਮ ਹੀ ਸਰ ਲੈ ਕੇ। ਮੈਨੂੰ ਪਤਾ ਹੀ ਨਹੀਂ। ਨਹੀਂ, ਕੌਣ ਕੱਢ ਰਿਹਾ ਅੱਜ ਗਾਲਾਂ? ਨਾਸਰ ਬੱਟ। ਉਹ ਕਿਉਂ ਮੈਨੂੰ ਗਾਲਾਂ ਕੱਢ ਰਹੇ ਸਰ? ਬਹਿਨਾ ਸ਼ਾਇਦ ਇਹ ਨਹੀਂ ਕਿਦਾਂ ਦੀ ਗੱਲ ਹੈ? ਉਹ ਫੈਟਰ ਦੀ ਬਰਾੜ ਮੈਂ ਵੇਖਣਾ ਕਿ ਸ਼ਾਇਦ ਰਿਕਾਰਡਿੰਗ ਅਗਰ ਕੀਤੀ ਹੋਈ ਤੇ ਉਹ ਕਹਿੰਦਾ ਸੀ ਕਿ ਉੱਥੇ ਅਮਨ ਨਜ਼ੀਰ ਨੂੰ ਕੁਝ ਪੇ ਕਹਿੰਦੇ ਹਨ ਤੇ ਉੱਤੇ ਚੜ ਕੇ ਮਾਮਾ ਬਣ ਜਾਂਦਾ ਹੈ। ਇਹ ਹੋਰੇ ਅਮਨ ਨੂੰ ਫੋਨ ਕਰਦਾ ਹੈ ਤੇ ਉੱਥੇ ਜਾ ਕੇ ਤੇ ਸਾਰਾ ਮੌਜੂ ਅਗਲੇ ਨੇ ਚੇਂਜ ਕਰ ਛੱਡਦਾ ਹੈ। ਕੱਲ ਪਤਾ ਤੁਸੀਂ ਛੜੇ ਸੋਚੀ ਸਰ ਮੈਂ ਉੱਥੇ ਬੈਠੇ ਹਾਂ, ਮੈਨੂੰ ਤੇ ਪਤਾ ਨਹੀਂ ਸੀ ਕਿ ਤੁਹਾਡਾ ਕੀ ਮੌਜੂ ਚੱਲ ਰਿਹਾ ਹੈ ਜਾਂ ਕੀ ਹੈ। ਮੈਂ ਤੇ ਆਪਣੀ ਗੱਲ ਕਰਨੀ ਹੈ। ਉਹ ਕਹਿੰਦਾ ਸਪੋਰਟਰ ਹੈ ਉਹਨਾਂ ਦਾ, ਤੇ ਉਹਨੇ ਤੁਹਾਡਾ ਅਸਲ ਨਾਮ ਹੀ ਲਿਆ, ਪਤਾ ਨਹੀਂ ਕੀ ਕਰਕੇ ਨਾਮ ਮੈਂ ਵੇਖਣਾ। ਚਲੋ ਜਿਹੜਾ ਮਰਜ਼ੀ ਨਾਮ ਲੈਂਦਾ ਰਹੇ, ਉਹਦੇ ਨਾਲ ਕੀ ਫਰਕ ਪੈਂਦਾ? ਕਿਹੜਾ ਕੋਈ ਫਰਕ ਪੈਂਦਾ ਉਹਦੇ ਨਾਲ? ਇਹ ਕਿਹੜਾ ਵੀ ਹੁੰਦਾ, ਬੰਦਿਆਂ ਦੇ ਨਾਂ ਹੀ ਹੁੰਦੇ ਨੇ, ਬੰਦਿਆਂ ਦੇ ਹੋਰ ਕੀ ਹੁੰਦੇ ਨੇ ਯਾਰ। ਮੈਂ ਡਰਪੋਕ ਆ ਇਸ ਵੇਲੇ ਤੋਂ, ਡਰਨਾ ਉਹਨੇ ਨਹੀਂ। ਤੇ ਫਿਰ ਮੈਂ ਡਰ ਗਿਆ ਨਾ। ਫਿਰ ਸਿਆਣੇ ਬੰਦੇ ਨੇ ਸਮਝਾਇਆ ਮੈਨੂੰ, ਮੈਂ ਡਰ ਗਿਆ, ਸਹੀ ਹੋ ਗਿਆ। ਬਸ ਇਹ ਮਸਲਾ ਹੈ। ਤੇ ਇਹ ਦੱਸੋ ਕਿ ਉਹ ਕੀ, ਮੈਨੂੰ ਲੱਗਾ ਕਿ ਅਕਬਰ ਖਾਨ ਸਾਹਿਬ ਦੀ ਗੱਲ ਕਰ ਰਹੇ ਹੋ, ਮੈਂ ਤਾਂ ਉਸ ਦੀ ਗੱਲ ਸੁਣੀ ਸੀ। ਤਾਂ ਬੱਟ ਸਾਹਿਬ ਨੇ ਨੂੰ ਮੇਰੀ ਗੱਲ ਕੋਈ ਬੁਰੀ ਲੱਗੀ ਹੈ। ਮੈਂ ਤੇ ਆਪਣੀ ਗੱਲ ਕਰਨੀ ਹੈ, ਉਹ ਭਾਵੇਂ ਤੁਹਾਡਾ ਮੌਜੂ ਹੋਏ ਭਾਵੇਂ ਕਿਸੇ ਦਾ ਹੋਏ, ਜਿੰਨਾ ਤੁਹਾਡੇ ਕੋਲ ਗੱਲ ਕਰਨ ਦਾ ਹੱਕ ਹੈ ਉਹਨਾਂ ਮੇਰੇ ਕੋਲ ਵੀ ਹੈ। ਉਹ ਕੱਲ ਮੇਰੀ ਤੇ ਅਕਬਰ ਖਾਨ ਸਾਹਿਬ ਨਾਲ ਅਲੀ ਅਹਿਮਦ ਨੂੰ ਪਤਾ ਹੈ, ਅਹਿਮਦ ਅਲੀ ਨੂੰ ਮੇਰੇ ਕੋਲ ਪਤਾ ਹੈ। ਚਲੋ ਸੁਣਾ ਦਿਓ। ਸੁਣਾ ਦਿਓ ਥੋੜੀ ਜਿੰਨੀ ਹੋਈ ਹੈ ਮੇਰੇ ਕੋਲ ਓਨੀ। ਬਸ ਠੀਕ ਹੋ ਸਕਦਾ। ਮੀਰ ਭਾਈ ਇੱਕ ਮਿੰਟ। ਔਰ 100% ਇਹਨੂੰ ਕਿਸੇ ਨੇ ਫੋਨ ਕਰਕੇ ਉਹ ਸੱਦਿਆ ਕਿ ਚੜ ਉੱਤੇ ਨਜ਼ੀਰ ਦੀ ਖੋਤੇ ਕੁੱਤਿਆਂ ਵਾਲੀ ਹੋ ਰਹੀ ਹੈ ਤੇ ਕੌਣ ਫੋਨ ਕਰ ਸਕਦਾ?
ਮਾਸ ਹੋਇਆ ਅਮਰ ਨਜ਼ੀਰ ਨੂੰ। ਅਮਰ ਨਜ਼ੀਰ ਦੀ ਕਿਸੇ ਨੂੰ ਕੋਈ ਤਕਲੀਫ ਨਹੀਂ ਜਾਂਦੀ, ਉਹ ਤਾਂ ਖੁਸ਼ ਹੁੰਦੇ ਨੂੰ ਗਾਲਾਂ ਪੈਣ। ਅਮਰ ਨਜ਼ੀਰ ਨੇ ਆਪ ਕੀਤਾ ਹੋਣਾ ਫੋਨ, ਕਸਮ ਚੁਕਵਾ ਲਿਓ ਇਸ ਗੱਲ ਤੇ। ਅਲੀਮ ਅਹਿਮਦ ਵਜ਼ੀਰ ਜੀ। ਇੱਕ ਸੈਕਿੰਡ ਇੱਕ ਬਾਬਰ ਭਾਈ ਥੱਲੇ ਇੱਕ ਹੋਰ ਆਈ ਜੇ ਉਹਦੇ ਪਿੱਛੇ ਗਾਲਾਂ ਖਾਣ ਵਾਲੀ। ਆਵਾਜ਼ ਨਹੀਂ ਆ ਰਹੀ, ਮੈਨੂੰ ਨਹੀਂ ਆ ਰਹੀ ਆਵਾਜ਼, ਜਾਂ ਕਿਸੇ ਨੂੰ ਵੀ ਨਹੀਂ ਆ ਰਹੀ? ਕਿਸੇ ਨੇ ਵੀ ਨਹੀਂ ਆ ਰਹੀ। ਅਲੀਮ ਭਾਈ ਤੁਹਾਡੀ ਤੇ ਮੇਰੀ ਕੰਮ ਪੁੱਠਾ ਸਿੱਧਾ ਕੀਤਾ ਹੈ ਕੀਤਾ ਕਿ ਨਹੀਂ? ਉਹ ਤੈਨੂੰ ਅਮਰ ਨਜ਼ੀਰ ਨੇ ਕਿਹਾ ਨਹੀਂ ਹੈ ਤੂੰ ਹਾਹਾ ਵੀ ਨਹੀਂ ਕਰਨਾ, ਤੂੰ ਗਾਲਾਂ ਪਵਾਉਣਾ, ਫੇਰ ਉੱਥੇ ਸਫਾਈਆਂ ਦੇਣਾ ਪੈਣਾ। ਚਲੋ ਤੁਸੀਂ ਕਰੋ ਅਸਲ ਨਾ ਵਿੱਚ ਬਾਤ ਸਹੀ ਨਹੀਂ ਆਂਦੀ ਪਈ ਹੈ ਤੇ ਆਓ ਲੀਮ ਭਾਈ, ਲੀਮ ਸਾਹਿਬ ਆ ਲੱਗੇ ਹਨ ਪੜਾਈ ਦੀ ਆਵਾਜ਼ ਹੈ ਵਿੱਚ। ਉਹ ਸੌਰੀ ਮਾਰ ਦੋ, ਕੀ ਨਾਮ ਦਾ? ਫਾਈਟਰ ਦੀ ਬਰਾੜ ਹੈ ਨਾ, ਫਾਈਟਰ ਦੀ ਬਰਾੜ। ਦੂਸਰਾ ਮੁੰਡਾ ਵਿੱਚ ਉਹ ਪਤਾ ਨਹੀਂ ਕਿਹੜਾ ਮੁੰਡਾ, ਲੇਕਿਨ ਬਰਾੜ ਸੀ। ਗੱਲ ਸੁਣੋ ਮੇਰੀ, ਇੱਕ ਮਿੰਟ ਮੇਰੀ ਗੱਲ ਸੁਣੋ। ਆਈਜੀ ਪੰਜਾਬ ਲਿਖੇ ਹੈ, ਆਈਜੀ ਪੰਜਾਬ ਫੋਟੋ ਤੇ ਲਿਖਿਆ। ਇਸ ਕਦਰ ਜ਼ਹੀਨ ਦੋਸਤ ਹੈ ਜਿਹੜਾ ਵੀ ਹੈ, ਉਹਨਾਂ ਦਾ ਕਸਮ ਲੈ ਲਓ ਇਹਨੂੰ ਫੋਨ ਕੀਤਾ। ਤੇ ਅਮਨ ਨਜ਼ੀਰ ਸਾਹਿਬ ਆਉਂਦੇ ਨੇ, ਉਹਨਾਂ ਨੂੰ ਕਸਮ ਲੈ ਲਓ ਉਹਨਾਂ ਕੋਲੋਂ ਫੋਨ ਕੀਤਾ ਹੀ ਨਹੀਂ। ਇਹ ਬੇਵਕੂਫੀ ਨਹੀਂ ਉਹ ਨਾ ਅਮਨ ਨਜ਼ੀਰ ਸਾਹਿਬ ਕੋਲ। ਤੁਹਾਡੀ ਤੇ ਮੇਰੀ ਕਨਵਰਸੇਸ਼ਨ ਪਤਾ ਨਹੀਂ ਕਿਉਂ ਲੀਕ ਹੋ ਜਾਂਦੀ। ਤੁਹਾਡੀ ਮੇਰੀ ਕਨਵਰਸੇਸ਼ਨ ਦੇ ਵਿੱਚ ਨਾ ਕੋਈ ਬੰਦਾ ਵਿੱਚ ਮੁਕਬਰ ਹੈ। ਨਹੀਂ ਗੱਲ ਕੀਤੀ ਹੋਏਗੀ, ਅਮਨ ਨਜ਼ੀਰ ਨੇ ਜ਼ਰੂਰ ਫੋਨ ਕੀਤਾ ਹੋਏਗਾ। ਯਾਰ ਪਤਾ ਇਹਦੇ ਕਿਦੋਂ ਗਾਲਾਂ ਦਿੱਤੀਆਂ ਨੇ ਉਹਨਾਂ ਨੇ? ਉਹ ਕਹਿ ਰਹੇ ਮੁਬਸ਼ਰ ਦਾ ਨੇ ਵੀ ਗਾਲਾਂ ਦਿੱਤੀਆਂ ਨੇ, ਅਮੀਰ ਸਾਹਿਬ ਕਹਿ ਰਹੇ ਕਿਦੋਂ ਕਿਸੇ ਨੇ ਗੱਲ ਨਹੀਂ ਕਰੀ। ਅਲੀਮ ਭਾਈ ਤੁਹਾਡਾ ਜਮਾਤ ਵਿੱਚ ਹੋਣ ਦਾ ਕੀ ਫਾਇਦਾ? ਇਹ ਫਾਈਟਰ ਦੇ ਬਾਰੇ ਚ ਪਤਾ ਕਰਾਓ ਇਹ ਕੌਣ ਹੈ। ਨਹੀਂ ਭਾਈ ਨੇ ਮੇਰੇ, ਯਾਰ ਮੈਂ ਕਿਉਂ ਪਤਾ ਕਰਾਵਾਂ ਕੌਣ ਹੈ? ਤੁਹਾਡੇ ਕਹਿਣ ਤੇ ਤੁਸੀਂ ਪਤਾ ਕਰਾਉਣ ਦਾ ਕੀ ਫਾਇਦਾ ਉਹਦਾ ਵਿਚਾਰੇ ਦਾ? ਉਹਦਾ ਪਤਾ ਕਰਾ ਕੇ ਫਿਰ ਇਹੀ ਪਤਾ ਕਰਾਣਾ। ਯਾਰ ਗਲਤ ਗੱਲ ਕਰ ਰਹੇ ਸੋ। ਕਿਦੋਂ ਉਹਨੇ ਕਿਹਾ ਕਿ ਟੌਪਿਕ ਚੇਂਜ ਕਰ ਦਿੱਤਾ ਹੈ ਮੁਬਸ਼ਰ ਸਾਹਿਬ ਵਾਲੀ? ਉਹ ਤਾਂ ਬੜੀ ਇੱਜ਼ਤ ਨਾਲ ਗੱਲ ਕਰਕੇ ਗਏ ਨੇ, ਬੜੇ ਅੱਛੇ ਤਰੀਕੇ ਨਾਲ ਉਹਨਾਂ ਨੇ ਗੱਲ ਕੀਤੀ ਹੈ। ਮੈਂ ਤਾਂ ਥੱਲੇ ਉਤਰ ਗਿਆ ਸਾਂ, ਉਦੋਂ ਮੈਂ ਤਾਂ ਮੌਜੂਦ ਵੀ ਨਹੀਂ ਸੀ। ਇੱਧਰ ਗਏ ਮੀਰ ਸਾਹਿਬ। ਕਿਹੜੀ ਬਰਾਡ ਤੇ ਆਪਣਾ ਪਤਾ ਨਹੀਂ, ਮੀਰ ਸਾਹਿਬ ਹੈ ਹੁਣ ਕਹਿ ਰਹੇ ਸਨ ਹੁਸੈਨੀ ਸਾਹਿਬ ਦੀ ਬਰਾਡ ਤੇ। ਹੁਸੈਨੀ ਸਾਹਿਬ ਦੀ ਬਰਾਡ ਤੇ, ਹਾਂਜੀ। ਕੱਲ ਹੁਸੈਨੀ ਸਾਹਿਬ ਦੀ ਬਰਾੜ ਤੇ ਮੁਬਸ਼ਰ ਰਜ਼ਾ ਦੀ ਬੜੀ ਬਿੱਸੀ ਹੋਈ ਹੈ। ਮੁਬਸ਼ਰ ਰਜ਼ਾ ਆਪਣੇ ਤੋਂ ਬਣਿਆ ਸਿਆਣਾ, ਉਹਨੇ ਅਕਬਰ ਖਾਨ ਵਾਲੀ ਜਿਹੜੀ ਵੀਡੀਓ ਹੈ ਨਾ ਅਮਨ ਨਜ਼ੀਰ ਭਾਈ ਨੂੰ ਗਾਲਾਂ ਕੱਢ ਕੀਤੀ। ਬਾਬਰ ਭਾਈ ਚੰਗੇਜ਼ ਸਾਹਿਬ ਸਨ ਕੀ ਕਰਦੇ ਪਏ ਹੋ? ਕਿਉਂ ਯਾਰ ਐਸਾ ਜ਼ੁਲਮ ਕਰਦੇ ਹੋ? ਮੁਬਸ਼ਰ ਰਜ਼ਾ ਸਾਹਿਬ ਨੇ ਨਹੀਂ ਕੀਤੀ, ਚੰਗੇਜ਼ ਸਾਹਿਬ ਨੇ ਕੀਤੀ ਸੀ। ਹਾਂਜੀ, ਉਹਨਾਂ ਨੂੰ ਹੁਸੈਨੀ ਸਾਹਿਬ ਨੇ ਡ੍ਰੌਪ ਕਰ ਦਿੱਤਾ ਕਿ ਅਗਰ ਕਿਸੇ ਹੋਰ ਬਰਾਡ ਦੀਆਂ ਗਾਲਾਂ ਨੇ ਤੇ ਉੱਥੇ ਜਾ ਕੇ ਸੁਣਾਓ। ਇੱਥੇ ਤੇ ਨਾ ਕੋਈ ਗਾਲ ਕੱਢ ਰਿਹਾ, ਨਾ ਇੱਕ ਐਸਾ ਮਾਹੌਲ ਹੈ, ਤੇ ਗੱਲ ਮੁਨਾਸਬ ਨਹੀਂ। ਉਹ ਚੰਗੇਜ਼ ਸਾਹਿਬ ਦੀ ਗੱਲ ਸੀ। ਠੀਕ ਹੈ, ਤੁਸੀਂ ਹੁਣ ਇਹ ਤੇ ਪੁਰਾਣੀ ਗੱਲ ਨਹੀਂ ਆਇਆ। ਉੱਥੇ ਸਨ, ਇਹ ਤੇ ਆਲਰੇਡੀ ਉੱਥੇ ਹੀ ਸਨ, ਥੱਲੇ ਕਮੈਂਟਾਂ 'ਚ ਸਨ। ਇਹ ਤੇ ਹਾਂ, ਮੈਂ ਤੇ ਉੱਤੇ ਥੱਲੇ ਆ ਗਿਆ ਸੀ, ਮੈਂ ਉੱਤਰ ਗਿਆ ਸੀ ਪਹਿਲੇ ਹੀ। ਨਹੀਂ ਇਹ ਫਿਲਮਾਂ ਤਵਫਈ ਤਨੀ ਵਾਲੀ ਜਿਹੜੀ ਗੱਲ ਹੈ ਤੇ ਪੁਰਾਣੀ ਨਹੀਂ ਸਭ ਕੱਲ ਦੀ ਗੱਲ ਹੈ। ਨਹੀਂ ਕੱਲ ਰਾਤ ਦੀ ਗੱਲ, ਕੱਲ ਰਾਤ ਦੀ। ਅੱਛਾ ਤੇ ਮੀਰ ਸਾਹਿਬ ਤੁਸੀਂ ਫਰਮਾ ਰਹੇ ਹੋ ਕਿ ਉਹ ਮੁਬਸ਼ਰ ਰਜ਼ਾ ਨੇ ਗਾਲੀਆਂ ਨਿਕਾਲੀਆਂ ਨੇ ਸੁਬਾ, ਉਹਨਾਂ ਦੀ ਆਵਾਜ਼ ਹੀ ਨਹੀਂ ਹੈ ਵਿੱਚ? ਉਹ ਤਾਂ ਨਹੀਂ ਹੈ। ਨਹੀਂ ਮੁਬਸ਼ਰ ਨਹੀਂ ਹੈ, ਇਹ ਬੰਦੇ ਨੇ ਆਈਜੀ ਤੇ ਫਾਈਟਰ ਤੇ ਯਾਰ ਉਹ ਨਹੀਂ ਹੈ ਮੁਬਸ਼ਰ। ਇਹਨਾਂ ਨੇ ਗਾਲ ਕਿਉਂ ਕੱਢੀ ਹੈ? ਅਗਰ ਗਾਲ ਰਿਕਾਰਡ ਕੀਤੀ, ਗਾਲ ਕੱਢੀ ਔਰ ਰਿਕਾਰਡਿੰਗ ਬਾਅਦ ਸ਼ੁਰੂ ਕੀਤੀ ਹੈ। ਮਤਲਬ ਕਿ ਗਾਲ ਕੱਢੀ ਹੈ ਤੇ ਗਾਲ ਮੈਨੂੰ ਦਿਖਾਓ। ਮੀਰ ਸਾਹਿਬ ਰਿਕਾਰਡਿੰਗ ਬਾਅਦ ਚ ਸ਼ੁਰੂ ਕੀਤੀ, ਗੱਲ ਤਾਂ ਸੁਣ ਲਓ ਨਾ। ਰਿਕਾਰਡਿੰਗ ਬਾਅਦ ਸ਼ੁਰੂ ਕੀਤੀ ਤੇ ਉਹਨੇ ਤੁਹਾਡਾ ਨਾਮ ਵੀ ਲਿਆ ਵੇ। ਨਾਮ ਦਾ ਕੀ ਹੁੰਦਾ? ਨਹੀਂ ਤੁਹਾਡਾ ਪਤਾ ਚੱਲ ਜਾਂਦਾ ਨਾ ਕਿ ਤੁਸੀਂ। ਮੇਰਾ ਕਿਹੜਾ ਲੋਕਾਂ ਨੂੰ ਨਹੀਂ ਪਤਾ ਹੈ? ਆਸਮ ਕੇ ਪਤਾ ਨਹੀਂ ਕੀ ਇੰਜ ਕਰਕੇ ਕੋਈ ਨਾਮ ਲਿਆ ਹਸੂ, ਪਤਾ ਨਹੀਂ ਕੀ। ਯਾਰ ਤੁਸੀਂ ਕੀ ਚਾਹੁੰਦੇ ਹੋ? ਮਤਲਬ ਤੁਹਾਨੂੰ ਏਡੇ ਕਾਕੇ ਲੱਗਦੇ ਨੇ ਕਿ ਅਲੀਮ ਸਾਹਿਬ ਇੰਜ ਗੱਲ ਕੱਢ ਦੇਣ ਦੇ ਅੰਦਰੋਂ? ਉਹ ਤਰੀਕੇ ਕਾਰ ਨਾਲ ਅੱਛੇ ਤਰੀਕੇ ਨਾਲ ਅਲੀਮ ਸਾਹਿਬ ਕੋਲ ਗੱਲ ਕਢਾਓ, ਨਾਲ ਹੀ ਸਖਤ ਹੋ ਜਾਂਦੇ। ਗੱਲ ਇਹ ਹੈ ਕਿ ਦੇਖੋ, ਇੱਕ ਮੈਂ ਤੁਹਾਨੂੰ ਇਹ ਗੱਲ ਦੱਸਾਂ, ਜਿਸ ਤਰ੍ਹਾਂ ਅਸੀਂ ਇੱਥੇ ਬਹਿ ਕੇ ਗੱਲ ਕਰ ਰਹੇ ਹਾਂ ਨਾ ਕਿਸੇ ਦੇ ਉੱਤੇ, ਇਸ ਤਰ੍ਹਾਂ ਉਹਨਾਂ ਦਾ ਵੀ ਕਿਸੇ ਦਾ ਵੀ ਹੱਕ ਬਣਦਾ ਹੈ ਕਿ ਕੋਈ ਕਮੈਂਟ ਕਰੇ। ਹਾਂ, ਉਹਨਾਂ ਨੇ, ਅਗਰ ਮੈਂ ਜਿਹੜਾ ਸੁਣਿਆ ਉਹ ਕਮੈਂਟਸ ਹੀ ਸੁਣੇ ਨੇ, ਔਰ ਉਹਨਾਂ ਦੀ ਇੱਕ ਕਿਆਸ ਰਾਹੀਂ ਸੁਣੀ ਹੈ
ਕਿ ਹੋ ਸਕਦਾ ਕਿਸੇ ਨੇ ਟੈਲੀਫੋਨ ਕੀਤਾ ਹੈ, ਮੈਂ ਔਰ ਇਹਦਾ ਜਵਾਬ ਦੇਣਾ ਚਾਹੀਦਾ ਬਿਲਕੁਲ। ਮੈਨੂੰ ਵਾਕਈ ਇਹ ਨਹੀਂ ਸੀ ਪਤਾ ਕਿ ਕਿਹੜੀ ਟੌਪਿਕ ਚੱਲ ਰਿਹਾ ਹੈ, ਔਰ ਮੈਨੂੰ ਕਿਸੇ ਨੇ ਕਾਲ ਨਹੀਂ ਕੀਤੀ, ਬਿਲਕੁਲ ਨਹੀਂ ਕੀਤੀ। ਇਹਦੀ ਵੀ ਤੁਸੀਂ ਪਾਰਟੀ ਉਸ ਰੱਖਦੇ ਨੇ ਤੁਹਾਡੇ ਕੋਲ ਅਗਲੀ ਜਵਾਬ ਗੱਲ ਲੈਣ ਦੇ। ਅਗਲੀ ਗੱਲ ਸੁਣੋ। ਮੈਂ ਨਹੀਂ ਨਹੀਂ ਮੈਂ ਨਹੀਂ, ਮੈਂ ਇਹ ਕਿਤੇ ਗੱਲ ਇਹਦੀ ਇਸ ਕੋਈ ਗੱਲ ਪਹਿਲਾਂ ਕੋਈ ਜਵਾਬ ਪਾਰਟੀ ਅਥਾਰਟੀ ਰੱਖਦੇ ਨੇ ਨਹੀਂ, ਕੋਈ। ਕੋਈ ਕਿਸੇ ਬੰਦੇ ਦੀ ਅਥਾਰਟੀ ਨਹੀਂ, ਲੇਕਿਨ ਮੈਂ ਇੰਨੀ ਤੇ ਗੱਲ ਨਾ, ਕਿ ਬੰਦਾ ਸਾਦੀ ਗੱਲ ਹੀ ਹੋਏ ਤੇ ਉਹਦਾ ਬੰਦਾ ਕੋਈ ਜਵਾਬ ਦੇ ਵੀ ਦੇ ਤੇ ਕੋਈ ਫਰਕ ਨਹੀਂ ਪੈਂਦਾ। ਨੰਬਰ 1। ਨੰਬਰ 2, ਜਿਹੜਾ ਉਹ ਮਾਮਲਾ ਹੈ ਨਾ ਅਕਬਰ ਖਾਨ ਸਾਹਿਬ ਵਾਲਾ, ਅਕਬਰ ਖਾਨ ਸਾਹਿਬ ਵਾਲੇ ਮਾਮਲੇ ਦੇ ਮੇਰੇ ਖਿਆਲ ਅਹਿਮਦ ਅਲੀ ਸਾਹਿਬ ਸ਼ਾਇਦ ਮੌਜੂਦ ਸਨ ਹਸਕਾਨੀ ਸਾਹਿਬ ਦੀ ਬਰੋਡ ਤੇ ਕੱਲ, ਤੇ ਉੱਥੇ ਵੀ ਉਹਨਾਂ ਨੇ ਕੋਈ ਗਾਲੀ ਗਲੋਚ ਕੀਤੀ, ਤੇ ਮੈਂ ਤਾਂ ਉਸ ਤਨਾਜ਼ਰ ਦੇ ਵਿੱਚ ਆ ਕੇ ਉਹਦੇ ਨਾਲ ਅਕਬਰ ਦੇ ਨਾਲ ਗੱਲ ਕੀਤੀ ਹੈ। ਔਰ ਇਹਦੇ ਨਾਲ ਕੋਈ ਹਾਰ ਜੀ ਥੋੜੀ, ਅਗਰ ਅਕਬਰ ਖਾਨ ਆਮਰ ਨਜ਼ੀਰ ਨੂੰ ਗਾਲਾਂ ਕੱਢੇਗਾ ਤੇ ਆਮਰ ਨਜ਼ੀਰ ਹਾਰ ਜੀ, ਅਕਬਰ ਖਾਨ ਜਿੱਤ ਜਾਏਗਾ ਜਾਂ ਕਿਸੇ ਨੂੰ ਖੁਸ਼ੀ ਹੋਏਗੀ। ਮੈਂ ਇਸ ਮਾਈਂਡਸੈਟ ਦੀ ਇਹਨੂੰ ਸਮਝ ਨਹੀਂ ਆਈ। ਨਹੀਂ, ਉਹ ਮਤਲਬ ਅਕਬਰ ਕਿ ਖਾਨ ਨੇ ਅਗਰ ਅਸਕਾਨੀ ਸਾਹਿਬ ਦੀ ਬਰਾੜ ਤੇ ਗਾਲਾਂ ਕੱਢੀਆਂ, ਮਤਲਬ ਕੈਸਰ ਸਾਹਿਬ ਦੀ। ਨਹੀਂ ਉਹ ਮੈਨੂੰ ਕੱਢੀਆਂ ਸਨ ਉੱਥੇ। ਅੱਛਾ ਅੱਛਾ ਅੱਛਾ। ਔਰ ਉਹ ਤੇ ਕੱਲ ਜਿਹੜੀ ਗੱਲ ਹੋ ਰਹੀ ਸੀ ਤੁਹਾਡੇ ਕੋਲ ਪ੍ਰੀਵੀਅਸ ਕੋਈ ਮਾਮਲਾ ਆਇਆ ਸੀ, ਉਹ ਪੁੱਛ ਰਹੇ ਸਨ ਉਹਦੇ ਤੇ ਤੁਹਾਡਾ ਤੇ ਚੌਹਾਨ ਸਾਹਿਬ ਦੀ ਗੁਫ਼ਤਗੂ ਹੋਈ ਸੀ, ਉਹਦੇ ਬਾਰੇ ਮੈਂ ਕਰ ਰਹੇ ਸਾਂ ਗੱਲ, ਉਦੋਂ ਦੀ ਗੱਲ ਕਰ ਰਹੇ ਨਾ। ਉਸ ਤੋਂ ਥੋੜੀ ਦੇਰ ਪਹਿਲੇ ਨਾ ਉਹਨਾਂ ਨੇ ਕੋਈ ਗਾਲਾਂ ਸ਼ਾਲਾਂ ਕੱਢੀਆਂ। ਉਹ ਮੈਂ ਤਾਂ ਉਸ ਤਨਾਜ਼ਰ 'ਚ ਗੱਲ ਕਰ ਰਿਹਾ ਸਾਂ, ਲੇਕਿਨ ਇਹ ਸੋਚ ਮੈਨੂੰ ਸਮਝ ਨਹੀਂ ਆਈ ਕਿਸੇ ਦੀ ਵੀ ਹੋਏ, ਉਹ ਚਾਹੇ ਕੋਈ ਅਹਿਮਦੀ ਹੋ ਗੈਰ ਅਹਿਮਦੀ ਹੋਏ, ਕਿ ਅਗਰ ਕੋਈ ਇੱਕ ਬੰਦਾ ਕਿਸੇ ਦੂਸਰੇ ਨੂੰ ਗਾਲਾਂ ਕੱਢਣ ਡਿਆ ਤੇ ਤੀਸਰਾ ਵਿੱਚ ਜਾ ਕੇ ਤੇ ਉਹਨੇ ਐਂਬੂਲੈਂਸ ਬਣੀ ਹੈ ਔਰ ਉਹਨੇ ਉਹਨੂੰ ਬਚਾਇਆ ਹੈ। ਅਗਰ ਉਹ ਨਾ ਬਚਾਉਂਦਾ ਤੇ ਉਹ ਉਹਨੂੰ ਗਾਲਾਂ ਕੱਢ ਲੈਂਦਾ, ਤੇ ਲਿਹਾਜ਼ਾ ਅਗਲੇ ਨੇ ਹਾਰ ਜਾਣਾ ਸੀ ਤੇ ਅਕਬਰ ਖਾਨ ਨੇ ਜਿੱਤ ਜਾਣਾ ਸੀ। ਇਹ ਕੀ ਹੈ? ਹਾਂ, ਇਹ ਤਾਂ ਸਟੂਪਿਡ। ਇਹਦਾ ਕੀ ਜਵਾਬ ਦੇਦਾ? ਕੁਝ ਵੀ ਨਹੀਂ। ਔਰ ਜਿਹੜੇ ਕੋਈ ਦੋਸਤਾਂ ਦੇ ਤੁਸੀਂ ਨਾਮ ਲੈ ਰਹੇ ਹੋ, ਉਹ ਕੋਈ ਗੱਲ ਸੁਬਾਹ ਕਰ ਰਹੇ ਨੇ ਤੇ ਸੋ ਵਾਟ, ਉਹਨਾਂ ਦੀ ਕੀ ਕ੍ਰੈਡੀਬਿਲਿਟੀ? ਨਹੀਂ, ਕੁਝ ਵੀ ਉਹ ਨਹੀਂ। ਜਿਹੜੇ ਕਹਿ ਰਹੇ ਨੇ ਕਿ ਜੀ ਕਸਮ ਬਸ, ਚੁੱਕ ਲਓ, ਤੇ ਕਸਮ ਤੇ ਉਹਨੂੰ ਆਪ ਨੂੰ ਚੁੱਕਣੀ ਚਾਹੀਦੀ, ਕਸਮ ਚੁੱਕ ਕੇ ਕਵੇ ਕਿ ਆਮਿਰ ਸਾਹਿਬ ਨੇ ਕਾਲ ਕੀਤੀ। ਹਾਂ ਬਿਲਕੁਲ। ਔਰ ਇਸ ਚੀਜ਼ ਦੇ ਉੱਤੇ ਯਾਰ ਮੀਰ ਸਾਹਿਬ, ਤੁਸੀਂ ਵੀ ਪਤਾ ਨਹੀਂ ਕਿਹੜੀਆਂ ਗੱਲਾਂ ਛੇੜ ਕੇ ਬਹਿ ਜਾਂਦੇ ਹੋ। ਵੇਖੋ ਹੁਣ ਅੱਛਾ ਜਿਹੜਾ ਤੁਸੀਂ ਮਾਹੌਲ ਜਵਾਬ ਦਿੱਤਾ ਜਾ ਨਾ, ਉਹਨਾਂ ਦੀ ਰਿਹਾ ਹੈ। ਉਹਨਾਂ ਦੀ ਕੀ ਯਾਰ ਇਸ ਤਰ੍ਹਾਂ ਨਹੀਂ ਕ੍ਰੈਡਿਬਿਲਿਟੀ? ਗੱਲ ਕਰੀ ਦੀ ਹੁੰਦੀ, ਪੂਰਾ ਪ੍ਰੋਗਰਾਮ ਕਰੀਦਾ ਹੈ, ਦਿਹਾੜੀ ਕੱਢ ਕੇ ਨਾ, ਕਾਫੀ ਟਾਈਮ ਹੋ ਗਿਆ, ਤੇ ਪ੍ਰੋਗਰਾਮ ਦੁਬਾਰਾ ਕਰਨਾ ਪੈਣਾ। ਨਹੀਂ ਤੁਸੀਂ ਮੈਂ ਨਹੀਂ ਕਮੈਂਟ ਕਰਦਾ, ਮੈਂ ਤਾਂ ਤੁਹਾਨੂੰ ਇਹ ਸਿਰਫ ਕਿਹਾ ਕਿ ਅਗਰ ਉਹਨਾਂ ਨੇ, ਮੈਂ ਨਹੀਂ, ਉਹ ਜਦੋਂ ਤੁਹਾਡੀ ਤਾਂ ਬਰੋਡ ਕੋਈ 'ਚ ਇੱਥੇ ਗੱਲ ਹੀ ਆਇਆ ਨਾ, ਨਹੀਂ, ਉਹ ਅਲੀਮ ਸਾਹਿਬ ਦੀ ਗੱਲ ਹੈ, ਮੁਹੰਮਦ ਸੈਨ ਸਾਹਿਬ ਦੀ ਕੋਈ ਗੱਲ ਨਹੀਂ ਨਾ। ਤੇ ਯਾਦ ਜਦੋਂ ਹੈ ਮੈਂ ਤੁਸੀਂ ਇਸ ਕਰ ਬਰੋਡ ਦੇ ਭਈਆ। ਉੱਤੇ ਆਇਆ ਨਾ, ਤੇ ਉਸ ਟਾਈਮ ਮੈਨੂੰ ਇਹ ਪਤਾ ਚੱਲਿਆ ਕਿਸੇ ਬੰਦੇ ਨੇ ਸੁਬਾਹ ਗਾਲਾਂ ਕੱਢੀਆਂ ਨੇ। ਉਹ ਮੈਂ ਨਾ ਜੋ ਸੁਣਾ ਦਿਓ, ਉਹ ਨਹੀਂ ਹੈ। ਉਹ ਮੇਰੇ ਮਿਹਰਬਾਨ ਦੋਸਤ ਨੇ, 2-3 ਉਹਨਾਂ ਨੇ ਕੋਈ ਕਮੈਂਟਸ ਕੀਤੇ ਨੇ। ਖੈਰ ਹੀ ਫਿਰ ਕੀ ਹੁੰਦਾ, ਸਾਰੀ ਦਿਹਾੜੀ ਹੁੰਦੇ ਰਹਿੰਦੇ ਨੇ ਕਮੈਂਟਸ। ਸਪੀਕਰ ਭਈਆ ਆਏ ਨੇ, ਉਹਨਾਂ ਨੇ, ਮੈਂ ਨਾ ਆਖਿਆ ਉਹਨਾਂ ਦੀ ਕੀ, ਉਹਨਾਂ ਦੀ ਅਥਾਰਟੀ ਕੀ ਹੈ? ਤੁਸੀਂ ਜਿਹੜਾ ਜਵਾਬ ਦਿੱਤਾ ਨਾ ਕਿ ਉਹਨਾਂ ਦੀ ਕੋਈ ਕ੍ਰੈਡੀਬਿਲਿਟੀ ਨਹੀਂ ਹੈ, ਮੈਨੂੰ ਅੱਛਾ ਲੱਗਾ। ਟਰੂਥ ਸੀਕਰ ਭਾਈ ਥੱਲੇ ਪੁੱਛ ਰਹੇ ਸਨ ਕਿ ਕਿਉਂ ਤੂੰ ਮੇਰੇ ਖਿਆਲ ਨਾਲ ਇਹ ਕੁਝ ਕਹਿਣਾ ਚਾਹੁੰਦੇ ਸਨ ਜੀ ਟਰੂਥ ਸੀਕਰ ਭਾई। जी जी अस्सलाम वालेकुम। नहीं, मैं पूछ रहा था, कोई आप कह रहे थे कि ऊपर आ जाओ, मैंने पूछा था कि कोई ख़ास बात है। नहीं, अच्छा अच्छा अच्छा, मैंने कहा वो उस बात पे पूछ रहे हैं कि क्यों आप क्यों पूछ रहे हैं, ये वो क्रेडिबिलिटी का पूछ रहे थे कि उनका क्या अथॉरिटी क्या है कि वो जवाब मांगे कलीम साहब से, का मतलब उन्होंने एक अलग ही अदालत लगाई होती है। किन्होंने? वो कुछ चंद अहबाब दोस्त हैं बहुत प्यारे, जिनकी बात हो रही है। हाँ अदालत है, बिल्कुल। किसकी क्या अदालत की लगा के की उन्होंने बात हो रही पूछा? है? अकबर साहब की बात हो रही थी ना अभी। हाँ ट्रुथ सीकर एवं आपको बीच में ड्रैग कर रहे हैं। ट्रुथ सीकर साहब से आप क्या पूछ अच्छा, रहे हो? वो बेचारे का क्या लेना देना बीच में? ट्रुथ सीकर ने तो हाँ नहीं नहीं किसी का एक चीज नोट की है, ये जिसकी दोस्त की वहां जब भी मेरा नाम चल रहा हो ना, ਕੋਈ ਬਾਤ ਚੱਲ ਰਹੀ, ਕਹਿੰਦਾ ਠਹਿਰੋ ਠਹਿਰੋ ਮੈਂ ਦੱਸਣਾ, ਆ ਕੇ ਮੈਂ ਦੱਸਣਾ, ਉਹ ਉੱਥੇ ਪਹੁੰਚ ਜਾਂਦਾ ਹੈ। ਉਹਦਾ ਸਭ ਤੋਂ ਵੱਡੀ ਜਿਹੜੀ ਕਾਮਯਾਬੀ ਹੈ ਟਿਕਟੋਕ ਦੇ ਉੱਤੇ ਇਹ ਹੈ ਕਿ ਉਹਨੇ ਜਾ ਕੇ ਮੇਰੇ ਤੇ ਗੱਲ ਕਰਨੀ ਹੈ। ਇਹ ਨੋਟ ਕੀਤਾ ਤੁਸੀਂ? ਜਿੱਥੇ ਵੀ ਕੋਈ ਮੇਰੇ ਖਿਲਾਫ ਗੱਲ ਹੋਏਗੀ ਉਹਦੀ ਆਵਾਜ਼ ਵਿੱਚ ਹੋਏਗੀ ਕਿ ਠਹਿਰੋ ਠਹਿਰੋ ਮੈਂ ਦੱਸਣਾ, ਮੈਂ ਦੱਸਣਾ। ਹਾਂ
نہیں بھائی مجھے نہیں پتا اس بات کا. گالیاں دے کون رہا ہے؟ بات یہ ہے کہ اصولی موقف تو وہی ہے جو سب کا ہوتا ہے کہ اچھے سے بات کرنی چاہیے. اب دیکھو مجھے آپ لوگوں نے کتنا پرووک کیا ہے. مجھے نجف عباس صاحب نے بھی کوشش کی, آپ نے بھی, کہ میں کوئی بات کروں. تو کیا ضرورت ہے, کیا ضرورت ہے کسی کے بارے میں بات کرنے کی. زیادہ ہر بندہ اپنی اپنی بات کرتا ہے, ان کو بھی حق ہے. ہاں گالی گلی نہ دیں, وہ بری ہوتی ہے. اپنا پوائنٹ آف ویو رکھیں, نہ صرف واٹس ایپ بھی رکھیں, دوسرے دوست بھی رکھیں. کیا فرق پڑتا ہے؟ کیا فرق پڑا ہے مجھے؟ یہ تو ہم نے سن لی ہے کل یہ یوسفی سن لی ہے یار. یہ تو اچھا کیوں اچھا سنا رہے اچھا. ہو؟ ہاں کل تو یہ ادھر آپ نہیں تھے, ہے ادھر کل براڈ پہ آپ سب لوگوں سارے نے تو شاید 100 لائیو بندہ تھا. سنی ہے, میں تو ابھی سن رہا ہوں, میں نے نہیں نہیں نہیں, سنی. کل 100 بندہ تھا یہاں پہ, وہ سن رہے تھے. وہ ان کی کوئی میرے خیال میں پتہ لگا کہ کوئی ایسی نہیں فیک آئی ڈی ہے, فیک آئی ڈی ہے, فیک آئی ڈی ہے. مبارک صاحب نہیں, لیکن مبارک صاحب نہیں ہے. اس کا حل یہ ہوتا ہے آرام سے کر دیتا میوٹ میوٹ کر کرتا. دو, بلاک کر دو, دوبارہ اجازت نہ دو. یہ مبارک صاحب نہیں ہے. وہ فیک ہے, فیک ہے. دیکھو محمد میرے صاحب خیال میں کل عامر نذیر صاحب نے ایک سوال رکھا سی ہاں جی, کہ مرزا صاحب دے حوالے نال کہ کیا مرزا صاحب نے ہوشیارپور چلا کٹیا سی یا نہیں. ہاں کاٹا تھا. لیکن مرزا صاحب تے ڈینائی کر دینے کہ میں کدی کوئی چلا کٹیا ہی نہیں. نہیں یہ چلے کے الفاظ ہیں, میں نے پڑھے ہوئے ہیں. یہ 20 فروری 86 سے پہلے جب وہ فی صاحب ساہوکران کے تھلے ساتھ بیٹھے معاہدہ نہیں ہوا لو تھا. اپنا یوسف بھائی, فی صاحب دیکھو لو ہوتے. نہیں, یہ دونوں والے دیکھنے پڑیں گے. پھر اس میں کوئی بات ہوگی. جہاں تک مجھے یاد ہے, میرا ناقص علم وہ یہ کہتا ہے کہ ساہوکران قادیان کے ساتھ جب معاہدہ ہوا ہے نا, جی وہ پتہ ہے نا آپ کو, کہ جب انہوں نے امریکہ اور برطانیہ کے پادریوں کو خطوط لکھے کہ 1 مہینہ میرے پاس آ کے رہو, خرچہ میں برداشت کروں گا, اور میں آپ کو 1 سال. آواز نہیں آ رہی. اچھا کال آ گئی تھی. جب وہ امریکہ اور برطانیہ کے پادریوں کو جب خطوط لکھے, تو ساہوکران جو تھے قادیان کے, انہوں نے یہ کہا تھا کہ آپ ان کو کیوں بلا رہے ہیں, ہم یہاں پر موجود ہیں, خرچہ بھی بچے گا, اور آپ ہمیں نشان دکھائیں. تو پھر اس پر میر عباس, یہ میر صاحب بھی بیٹھے ہوئے ہیں, میر عباس لدھیانوی جو بعد میں مرتد ہو گیا, انہوں نے گواہی ڈالی, معاہدہ ہو گیا. ایک عبداللہ سنوری, میاں عبداللہ سنوری, وہ جو سرخ سیاہی کے چھینٹوں والے تھے, ان کے گواہ تھے, ان کی گواہی مجھے یاد ہے. اور ایک اور صحابی تھے, ان کی بھی ساتھ میں گواہی تھی. اور یہ معاہدہ کرایا لالا شرمپت رائے نے. یہ جی معاہدہ جب ہوا تو اس کے بعد پھر 1 سال کا ٹائم شروع ہو گیا. تو اس سال کے اندر ہی انہوں نے پھر ہوشیارپور میں چلا کشی کی, دعائیں کی, اور اس کے بعد 20 فروری 86 کی انہوں نے پیش گوئی کی. تو یہ ہے وہ چلا. اب اس کے بارے میں کوئی اور حوالہ ہے آپ کے پاس تو وہ مجھے نہیں پتا, وہ دکھا دیں, وہ پڑھ لیتے ہیں. لیکن یہاں ہوشیارپور کے بارے میں تو یہ تحریر موجود ہے پوری ڈیٹیل. اس کے بعد انہوں نے آ کے یہ بھی کہا کہ مجھے علامہ اطلاع دی گئی ہے کہ تجھے
جو ہے وہ مسلم عود دیا جائے گا، ہاں لیکن اس کے بعد وہ کہتے ہیں کہ یہ اسی کی عنایت ہے، میں نے کبھی ریادات شاکہ بھی نہیں کی، اور نہ زمانہ حال کے بعد صوفیوں کی طرح مجاہدات شدیدہ میں اپنے نفس کو ڈالا، اور نہ گوشہ گزینی کے التزام سے کوئی چلہ کشی کی. ٹھیک ہے، یہ جو ابھی میں نے بات سنائی ہے یہ موجود ہے نا، رائٹ، بالکل موجود ہے، جو لیکن میں یہ نے بھی تو ابھی بات سنائی ہے یہ موجود ہے. اچھا اب اگلی بات ہے کہ آپ کو اس کے برعکس کوئی ان کی تحریر مل گئی، کون سے سن کی ہے اور کدھر لکھی ہے؟ یہ ہے ایک منٹ، میں نے بتائی ہے، یہ 85 کی بتائی ہے آپ کو. جلد ملفوظات نہیں، تو اس کا نام جو میں نے آپ کو بریہ، جی ایک منٹ، کتاب البریہ اور صفحہ نمبر 196. ہاں ہن ਇਹਦੇ ਵਿੱਚ ਤਵੀਲ ਥੋੜੀ ਕਰਨੀ ਪਏਗੀ. ਉਹ ਇਹ ਹੋਏਗੀ ਇਤਨੀ ਗੱਲ ਹੈ ਕਿ ਇਹ ਜਿਹੜਾ ਚਿੱਲਾ ਉਹਨਾਂ ਨੇ ਕੀਤਾ ਉਹਨੂੰ ਉਸ ਟਾਈਮ ਉਹਨਾਂ ਨੇ 85 ਦੇ ਵਿੱਚ ਚਿੱਲੇ ਦਾ ਨਾਮ ਦਿੱਤਾ ਕਿ ਉਹਨਾਂ ਨੇ ਚਿੱਲਾ 40 ਦਿਨ ਦਾ ਤਕਰੀਬਨ ਕੀਤਾ, ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਉਹ ਦੱਸਿਆ ਕਿ ਮੇਰੀ ਬੇਗਮ ਜਿਹੜੀ ਆ ਉਹ ਫਲਾਣੇ ਮੇਰੇ ਦਿੱਲੀ 'ਚ, ਉਹ ਮਹੱਲਾ ਵੀ ਮੈਨੂੰ ਯਾਦ ਪੈਂਦਾ, ਉਹ ਉਹਨਾਂ ਨੇ ਦੱਸਿਆ ਕਿ ਫਲਾਣੇ ਮਹੱਲੇ 'ਚ ਮੌਜੂਦ ਹੈ, ਤੇ ਉਹ ਜਾ ਕੇ ਚੈੱਕ ਕਰ ਲਓ ਜਿਹਨੂੰ ਬੰਦੇ ਨੂੰ ਸ਼ੱਕ ਹੈ. ਔਰ ਬਾਅਦ 'ਚ ਖੈਰ ਇਹ 84-85 ਦੀ ਗੱਲ ਹੋਣੀ ਚਾਹੀਦੀ, ਉਸ ਤੋਂ ਪਹਿਲਾਂ ਬਸ਼ੀਰ ਅੱਵਲ ਪੈਦਾ ਹੋਏ ਸਨ, ਇਫ ਆਮ ਨਾਟ ਰੋਂਗ. ਬਹਰਹਾਲ ਇਹ 85 ਤੋਂ ਪਹਿਲੇ ਦੀ ਗੱਲ ਹੋਣੀ ਚਾਹੀਦੀ ਹੈ, 86 ਤੋਂ ਪਹਿਲੇ ਦੀ ਹਰ ਹਾਲ ਦੇ ਵਿੱਚ. 86 ਦੀ ਹੈ ਨਾ، 86 ਤੋਂ ਪਹਿਲੇ ਦੀ ਹੋਣੀ ਚਾਹੀਦੀ ਹੈ, ਪਹਿਲੇ ਦੀ ਹੋਣੀ ਚਾਹੀਦੀ 86 ਤੋਂ, ਕਿਉਂਕਿ ਇੱਕ ਬਸ਼ੀਰ ਅੱਵਲ ਵੀ ਪੈਦਾ ਹੋਏ ਨਾ ਦਰਮਿਆਨ 'ਚ. 86 ਤੋਂ ਪਹਿਲੇ ਦੀ ਗੱਲ ਹੋਣੀ ਚਾਹੀਦੀ ਹੈ. ਇਹ 83 ਹੈ, 84 ਹੈ, 85 ਹੈ, 86 ਹੈ, ਇਹ ਦੇਖਣਾ ਨਾ ਪਏਗਾ ਕਿ ਕਦੋਂ ਉਹਨਾਂ ਨੇ ਉਹ ਐਗਰੀਮੈਂਟ ਕੀਤਾ ਸਾਊਕਰਾਮ ਦੇ ਨਾਲ, ਉਹਦੀ ਤਾਰੀਖ ਲਿਖੀ ਹੈ ਬਾਹਰ, ਉਹ ਐਗਰੀਮੈਂਟ ਮੇਰੇ ਕੋਲ ਮੌਜੂਦ ਹੈ. 1881 ਦੀ ਹੈ. ਹਾਂ ਇਹ ਪਹਿਲੇ ਹੋਣੀ ਚਾਹੀਦੀ ਹੈ. 81 ਦੀ ਹੈ, ਹਾਂਜੀ 81 ਦੀ. ਹਾਂ 81 ਦੀ ਹੈ, ਕਿਉਂਕਿ ਉਸ ਤੋਂ ਬਾਅਦ ਫਿਰ ਆਇਆ ਨਾ ਕਿ ਮੈਂ ਇਹ ਤਾਂ ਨਹੀਂ ਸੀ ਕਿਹਾ ਕਿ ਉਹ ਇਸੇ ਹਮਲ 'ਚ ਪੈਦਾ ਹੋਏਗਾ, ਉਹ ਅਗਲੇ ਹਮਲ 'ਚ ਵੀ ਹੋ ਸਕਦਾ ਹੈ. ਠੀਕ ਹੈ, ਉਹ ਮੇਰੇ ਗੱਲ ਦੇਣ 'ਚ ਹੈ. ਅੱਛਾ ਖੈਰ ਇਹ 86 ਤੋਂ ਪਹਿਲੇ ਦੀ ਹੋਣੀ ਚਾਹੀਦੀ ਹੈ, ਤੇ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਮੇਰੇ ਖਿਆਲ ਇਸ ਗੱਲ ਤੋਂ ਬਾਅਦ ਦੀ ਗੱਲ ਹੋਣੀ ਚਾਹੀਦੀ ਹੈ, ਕਿਤਾਬੁਲ ਬਰੀਆ ਦੇ ਵਿੱਚ ਅਗਰ ਹੈ ਤੇ. ਅੱਛਾ ਹੁਣ ਇਹਦੇ ਵਿੱਚ ਇਹ ਹੈ ਕਿ ਜਿੱਥੇ ਇੱਥੇ ਇਹਨਾਂ ਨੇ ਚਿੱਲੇ ਦਾ ਲਫ਼ਜ਼ ਇਸਤੇਮਾਲ ਕੀਤਾ ਹੈ, ਇਹ ਉਹਨਾਂ ਨੇ ਉਹ ਟਿਪੀਕਲ ਚਿੱਲੇ ਦਾ ਲਫ਼ਜ਼ ਇਸਤੇਮਾਲ ਕੀਤਾ, ਕੋਈ ਇਸ ਤਰ੍ਹਾਂ ਦੀ ਤਵੀਲ ਕਰਨੀ ਪਏਗੀ ਕਿਸੇ ਨੂੰ ਵੀ ਦੋਸਤ ਦੇ ਗਲਤ ਨਹੀਂ ਹੋਏਗੀ ਕਿ ਜਿਹੜਾ ਉਹਨਾਂ ਨੇ ਉੱਥੇ ਚਿੱਲਾ ਕੀਤਾ ਉਹ ਉਹਨਾਂ ਨੇ ਦੁਆ ਕੀਤੀ. ਔਰ ਮੈਨੂੰ ਯਾਦ ਅਗਰ ਆਈ ਐਮ ਨਾਟ ਰੋਂਗ ਕਿ ਹਾਫਜ਼ ਹਾਮਦ ਅਲੀ ਖਾਨ ਸਾਹਿਬ ਉਹ ਇਹ ਸਨ ਉਹਨਾਂ ਦੇ ਨਾਲ ਖਿਦਮਤ ਕਰਨ ਵਾਲੇ, ਔਰ ਉਹ ਜ਼ਿਕਰੇ ਸੌਰੀ ਉਹ ਹੈ ਮਾਰਚ 1882 ਦੀ ਗੱਲ ਹੈ. 82 ਅੱਲਾ ਤੁਹਾਡਾ ਭਲਾ ਕਰੇ. ਹਾਂਜੀ, ਤੇ ਉਹ ਉਦੋਂ ਹਾਫਜ਼ ਅਹਿਮਦ ਅਲੀ ਖਾਨ ਸਾਹਿਬ ਉਹਨਾਂ ਦੇ ਨਾਲ ਸਨ, ਉਹ ਖਿਦਮਤ ਕਰਦੇ ਸਨ, ਤੇ ਉਹ ਜ਼ਿਕਰੇ ਹਬੀਬ ਦੇ ਵਿੱਚ ਮੈਂ ਗੱਲ ਪੜ੍ਹੀ ਹੈ, ਉਹਨਾਂ ਦੇ ਵਾਕਿਆਤ ਮੌਜੂਦ ਨੇ ਜਿਹੜੇ ਉਹਨਾਂ ਨੇ ਮੁਫਤੀ ਸਾਦਕ ਸਾਹਿਬ ਨੇ ਬਾਅਦ 'ਚ ਦਰਜ ਕੀਤੇ ਨੇ ਜ਼ਿਕਰੇ ਹਬੀਬ ਦੇ ਵਿੱਚ ਨਾ. ਜ਼ਿਕਰੇ ਹਬੀਬ ਉਹਨਾਂ ਨੇ ਲਿਖੀ ਸੀ ਮੁਫਤੀ ਸਾਦਕ ਸਾਹਿਬ ਨੇ, ਉਹਨਾਂ ਨੇ ਉਹਦੇ ਵਿੱਚ ਵਾਕਿਆਤ ਦਰਜ ਕੀਤੇ ਨੇ ਬੇਸ਼ੁਮਾਰ ਉਸ ਜ਼ਮਾਨੇ ਦੇ, ਕਿ ਉਹਨਾਂ ਨੂੰ ਖਾਣਾ ਵਗੈਰਾ ਵੀ ਖਿਲਾਉਂਦੇ ਸਨ, ਤੇ ਹੋਰ ਵੀ ਉਹਨਾਂ ਨੇ ਰਵਾਇਤ ਉਹਨਾਂ ਕੋਲ ਲਈਆਂ ਨੇ. ਅੱਛਾ ਇਹ ਹੁਣ ਬਾਅਦ 'ਚ ਉਹਨਾਂ ਨੇ ਅਗਰ ਕਿਹਾ ਕਿ ਮੈਂ ਕਦੇ ਚਿੱਲਾ ਨਹੀਂ ਕੀਤਾ, ਅੱਜ ਤੁਸੀਂ ਹੁਣ ਤਰੀਰ ਪੜ੍ਹੀ ਹੈ, ਇਹਦੀ ਤਵੀਲ ਹੋਏਗੀ ਕਿ ਇਹ ਕਿਸ ਤਨਾਦਰ 'ਚ ਗੱਲ ਕਰ ਰਹੇ ਨੇ. ਇਹ ਉਸ ਤਰ੍ਹਾਂ ਕਰ ਰਹੇ ਨੇ ਕਿ ਜਿਸ ਤਰ੍ਹਾਂ ਇੱਕ ਬੰਦਾ ਕਬਰਿਸਤਾਨ 'ਚ ਬਹਿ ਕੇ ਕੋਈ ਦਾਇਰਾ ਲਾਉਂਦਾ, ਇਹਦੀ ਇਹ ਤਵੀਲ ਹੋਏਗੀ. ڈنا ਕੀਤਾ ہاں 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 ٹھیک ہے. یہ کسی سے آپ نے پوچھا ہے، کسی اہل علم دوست سے جس کا علم زیادہ اچھا ہے، ان سے پوچھا ہے؟ بہرحال مجھے میں نے نہیں یہ سنا، یہ کسی اہل انہوں نے علم کہا تھا دوست سے ایک ہمارے ٹانگ پہ کھڑے ہو کے، انہوں نے چلا نہیں کیا، انہوں نے ایک ٹانگ والے چلے کی بات کی.
हमारे इधर टिकटॉक पर ऐसे दोस्त मौजूद हैं जो इल्म भी रखते हैं, जो फ़हम भी रखते हैं, जिनका मुतालिया भी बड़ा अच्छा है और बात करना भी जानते हैं। जवाद YYC भाई मौजूद हैं यहाँ पे, कमालात इस्लाम साहब मौजूद हैं। तो मेरे ख्याल में मैंने कौन यार, ये ऐसे क्यों करते हो मीर साहब आप हमेशा को मेरे उत्ते? मैं डर के नस गया, मैं फलाना डर के नस गया, कोई मैं डर के, मैंने तो उसके अलावा मैंने तो हादी अली चौधरी साहब के इंटरव्यू कर दिए जो सबसे बड़े मुरब्बी हैं, और वो मैंने वो चीज साबित कर दी है। और वही बात है जो मैं कह रहा हूँ, वो मैंने वो हजारों लोगों ने देख लिया। मैं तो अभी आज भी बात उनसे करके आया हूँ। हाँ, तो वो बात गलत करते हैं। मैं देखो, बात सुनो, आपको शायद पता नहीं है, उसी दिन मेरी उनसे बात हो गई थी। मैं था, जवाद भाई थे, जोया साहब थे, वो पता नहीं किसकी ब्रॉड थी, शायद यही ब्रॉड थी या कोई और ब्रॉड थी। तफसीलन हमारी 2-3 घंटे की ब्रॉड हुई। उसके बाद बात खत्म हो गई। हमारा वो टाइम रहा इख्तलाफ, किसी एक बात पे इत्तेफाक भी हुआ, और जो मेन इख्तलाफ था वो कायम रहा, स्याही के चींटों वाला। उसके बाद मैंने क्या किया, बजाय इसके कि जवाद भाई से भी जो बड़े हमारे दोस्त हैं और अहले इल्म हैं, और जिनका जमात में एक कद है, जो जमात में माने जाते हैं, जो मोतबर तरीन शख्सियतों में से एक शख्सियात में से एक शख्सियत है, मैंने उनसे रब्ता किया। उनसे मैंने सवालात किए, खारिक आदत वाक़या उन्होंने बताया, उसको वज़ाहत से उन्होंने बताया, और ये बिल्कुल बताया कि वो स्याही आसमान से आई थी, वो इधर से नहीं थी। और टिकटॉक के ऊपर उनके बाद आज तक किसी बंदे ने छिपकली का जिक्र नहीं किया, और हर एक बंदे को बताया कि छिपकली का जिक्र कभी भी नहीं करना। अच्छा, छिपकली का चैप्टर खत्म हो गया ना टिकटॉक से? अब आपने कुछ सुना है उसको? हाँ, बिल्कुल मानते हैं। बस खत्म होगी बात। बिल्कुल दुरुस्त फरमा रहे हो आप, दुरुस्त फरमा रहे हो, दुरुस्त फरमा रहे हो। एक पल सुनती और एक पल से नबी। अब बात सुनो ना, तो फिर क्या हुआ, नतीजा क्या निकला कि नहीं हुआ? तो मैं भी यही बात की है, मैं भी यही बात की है, मैं भी यही कहा है कि मेरा जो उनसे इत्तेफाक हुआ, और वो इख्तलाफ, मेन इख्तलाफ बाकी रहा, वो खूह दे विचों 100 बाल्टियां कढ़ दित्तियां, खोता विच ही रहा। खूह दे विचों 100 बाल्टियां कढ़ खोता विच ही रहा। अच्छा, ਉਹਦਾ मैं हल ਇਹ ਕੱਢਿਆ ਹੈ ਕਿ ਇੱਕ ਪੜ੍ਹੇ ਲਿਖੇ ਲੋਕਾਂ ਦੀ ਤਰ੍ਹਾਂ ਇੱਕ ਮੁਨਾਸਬ ਜਿਹੜਾ ਕੰਮ ਮੈਂ ਕਰ ਸਕਣਾ ਸਾਂ, ਉਹ ਮੈਂ ਕੀਤਾ। ਟਿਕਟੌਕ ਦੇ ਉੱਤੇ ਜਿੰਨੇ ਵੀ ਲੋਕ ਨੇ, ਇਹਨਾਂ ਦੀ ਕੋਈ ਹੈਸੀਅਤ ਨਹੀਂ, ਕੋਈ ਹੈਸੀਅਤ ਹੈ ਹੀ ਨਹੀਂ। ਮਤਲਬ ਕਿ ਅਕਸਰ ਲੋਕੀ ਮੈਂ ਵੇਖਦਾ ਵਾਂ ਜਿਹੜੇ ਜਮਾਤ ਦੇ ਕੀਦੇ ਦੇ ਖਿਲਾਫ ਗੱਲ ਕਰ ਰਹੇ ਹੁੰਦੇ ਨੇ, ਕੋਈ ਕੋਈ ਦੋਸਤ ਹੁੰਦੇ ਨੇ। ਅੱਛਾ, ਕੋਈ ਦੋਸਤ ਬੜੇ ਅੱਛੀ ਗੱਲ ਵੀ ਕਰਦੇ ਨੇ। ਅੱਛਾ, ਮੈਂ ਇਹਦਾ ਹੱਲ ਇਹ ਕੱਢਿਆ ਨਾ, ਕਿਸੇ ਅਫੀਸ਼ੀਅਲ ਬੰਦੇ ਕੋਲੋਂ ਇਹ ਗੱਲ ਸਮਝ ਲਈ ਜਾਏ। ਉਹਨਾਂ ਕੋਲੋਂ ਜਾ ਕੇ ਮੈਂ ਸਵਾਲ ਰੱਖਿਆ, ਤੇ ਉਹਨਾਂ ਨੇ ਉਹੀ ਗੱਲ ਕੀਤੀ ਜਿਹੜੀ ਮੈਂ ਕੀਤੀ ਸੀ। ਔਰ ਉਸ ਤੋਂ ਬਾਅਦ ਅਲਹਮਦੁਲਿਲਾ ਇਹ ਕ੍ਰੈਡਿਟ ਹਮੇਸ਼ਾ ਮੇਰੇ ਕੋਲ ਰਹੇਗਾ, ਹਮੇਸ਼ਾ ਰਹੇਗਾ, ਜਿੰਨੀ ਦੇਰ ਤੱਕ ਚਾਈਨਾ ਰਹੇਗਾ ਔਰ ਟਿਕਟੌਕ ਰਹੇਗੀ। ਉਹ ਕੀ ਕ੍ਰੈਡਿਟ ਹੈ ਭਲਾ? ਸੁਣ ਦੋ, ਵੇਖੋ, ਸੁਣ ਲਓ ਗੱਲ। ਉਹ ਕੋਈ ਨਹੀਂ, ਜਿਨ੍ਹਾਂ ਨਾਲ ਮੈਂ ਗੱਲ ਕੀਤੀ ਸੀ। ਨਾ ਭਾਈ, ਨਹੀਂ, ਕੋਈ ਅਫੀਸ਼ੀਅਲ ਨਹੀਂ। ਨਾ ਭਾਈ, ਕੋਈ ਅਫੀਸ਼ੀਅਲ ਨਹੀਂ। ਅੱਛਾ, ਇਹਨਾਂ 'ਚ ਕੋਈ ਅਫੀਸ਼ੀਅਲ ਵੀ ਨਹੀਂ ਹੈ। ਜਿਨ੍ਹਾਂ ਨਾਲ ਮੈਂ ਗੱਲ ਕੀਤੀ ਹੈ, ਉਹ ਉਸਤਾਦਾਂ ਦੇ ਉਸਤਾਦ ਨੇ। ਉਹਨਾਂ ਨੂੰ ਅਸੀਂ ਕਹਿੰਦੇ ਹਾਂ ਉਸਤਾਦਾਂ ਦੇ ਉਸਤਾਦ। ਉਹ ਪ੍ਰਿੰਸੀਪਲ ਜਾਮਿਆ ਰਹਿ ਚੁੱਕੇ ਨੇ, ਪ੍ਰੋਫੈਸਰ ਜਾਮਿਆ। ਉਹਨਾਂ ਦੇ ਤੇ ਮੈਂ ਸ਼ੁਰੂ ਕਰਾਂ ਤੇ ਉਹ ਸਫਾ ਖਤਮ ਹੋ ਜੇ, ਉਹਨਾਂ ਦੀ ਮੈਂ ਪ੍ਰੋਫਾਈਲ ਅਗਰ ਪੜ੍ਹਨੀ ਸ਼ੁਰੂ ਕਰਾਂ। ਔਰ ਉਹ ਅਫੀਸ਼ੀਅਲ ਨੇ। ਮੀਰ ਸਾਹਿਬ ਸੁਣ ਰਹੇ ਹੋ? ਕਿਹਦੀ ਗੱਲ ਕਰ ਰਹੇ ਹੋ, ਹਾਦੀ ਜਿਹੜੀ ਸਾਹਿਬ ਗੱਲ ਦੀ? ਹਾਂ, ਉਹ ਅਫੀਸ਼ੀਅਲ ਨੇ, ਠੀਕ ਹੈ। ਅੱਛਾ, ਜਦੋਂ ਉਹਨਾਂ ਕੋਲੋਂ ਮੈਂ ਇਹ ਗੱਲ ਕੀਤੀ ਹੈ, ਔਰ ਉਹਨਾਂ ਨੇ ਬੜੇ ਮੁਦੱਲਲ ਤਰੀਕੇ ਦੇ ਨਾਲ, ਬੜੀ ਖੂਬਸੂਰਤੀ ਦੇ ਨਾਲ, ਉਹਨਾਂ ਨੇ ਇੱਕ ਗੱਲ ਕਲੀਅਰ ਬਾਹਰ ਕੀਤੀ, ਜਿਹਦਾ ਕ੍ਰੈਡਿਟ ਹਮੇਸ਼ਾ ਮੇਰੇ ਕੋਲ ਰਹੇਗਾ। ਉਹ ਕੀ ਕ੍ਰੈਡਿਟ ਹੈ ਭਲਾ? ਕਿ ਛਿਪਕਲੀ ਜਿਹੜੀ ਹੈ, ਟਿਕਟੌਕ ਉੱਤੇ ਕਿਸੇ ਨੇ ਛਿਪਕਲੀ ਦਾ ਜ਼ਿਕਰ ਨਹੀਂ ਕੀਤਾ, ਔਰ ਜਿਹੜਾ ਬੰਦਾ ਛਿਪਕਲੀ ਦਾ ਜ਼ਿਕਰ ਕਰੇਗਾ ਉਹ ਗਲਤ ਕਰੇਗਾ। ਉਹਨੂੰ ਲੋਕੀ ਹਵਾਲਾ ਦੇਣਗੇ ਕੱਢ ਕੇ ਕਿ ਬਈ ਤੁਹਾਡੀ ਕੀ ਔਕਾਤ, ਤੁਹਾਡੀ ਕੀ। ਇਹ ਗੱਲ ਕਰਨਾ ਬਹੁਤ ਗਲਤ ਹੈ। ਹੁਣ ਦੱਸੋ, ਤੁਸੀਂ ਪਹਿਲਾਂ ਰੁਜ਼ਾਨ ਇਮਾਨਦਾਰੀ ਨਾਲ ਦੱਸਿਓ ਯੂਸਫੀ ਭਾਈ, ਤੁਸੀਂ ਛਿਪਕਲੀ ਕਿੰਨੀ ਦਫਾ ਸੁਣੀ ਸੀ ਪਹਿਲੇ? ਹਰ ਦਫਾ ਸੁਣਦੇ ਸੋ?
ਬੇਸ਼ੁਮਾਰ ਅੱਛਾ ਤੁਸੀਂ ਬੇਸ਼ੁਮਾਰ ਉਸ ਇਹ ਵੀ ਹਰ ਬੰਦੇ ਇਮਾਨਦਾਰੀ ਕੋਲ ਨਾਲ ਦੱਸਿਓ ਕਿ ਮੇਰੇ ਉਸ ਇੰਟਰਵਿਊ ਤੋਂ ਬਾਅਦ ਕਿਸੇ ਅਹਿਮ ਨੇ ਛਿਪਕਲੀ ਦਾ ਜ਼ਿਕਰ ਕੀਤਾ ਹੈ? ਕੀਤਾ ਤੇ ਪੇਸ਼ ਕਰੋ, ਕਤਨ ਨਹੀਂ ਕੀਤਾ, ਕੀਤਾ ਤੇ ਪੇਸ਼ ਕਰੋ ਪਿਛਲੇ 2 ਮਹੀਨੇ ਕਿਸੇ ਚ। ਬੰਦੇ ਨੇ ਨਹੀਂ ਕੀਤਾ। ਉਹ ਗੱਲ ਹੀ ਨਹੀਂ ਕਰਦਾ ਕੋਈ ਬੰਦਾ ਇਸ ਮੌਜੂਦ ਤੇ ਹੁਣ। ਮੈंने ਕਿਹਾ ਅਗਰ ਕੋਈ ਸਿਆਹੀ ਦੇ ਉੱਤੇ ਗੱਲ ਕਰੇ ਔਰ ਛਿਪਕਲੀ ਪੇਸ਼ ਕਰੇ, ਉਹਨੂੰ ਖਾਰੀ ਕਰ ਨਾ ਮੰਨੇ, ਪੇਸ਼ ਕਰੋ, ਅੱਜ ਕਰ ਲਓ ਤਜਰਬਾ। ਕਿਸੇ ਵੀ ਦੋਸਤ ਨਾਲ ਅੱਛਾ ਤੇ ਜਵਾਦ ਭਾਈ ਦਾ ਮੇਰੇ ਨਾਲ ਗੱਲ ਕਰ ਰਹੇ ਸਨ, ਜਵਾਦ ਭਾਈ ਨਾਲ ਜਾ ਕੇ ਅੱਜ ਗੱਲ ਕਰ ਲਓ ਉਹਨਾਂ ਨੂੰ, ਉਹ ਛਿਪਕਲੀ ਨਹੀਂ ਪੇਸ਼ ਕਰਨਗੇ। ਲੇਕਿਨ ਪਹਿਲੇ ਤੁਸੀਂ ਛਿਪਕਲੀ ਦਾ ਜ਼ਿਕਰ ਸੁਣਦੇ ਸੋ, ਇਹ ਕ੍ਰੈਡਿਟ ਬਾਹਰ ਇਹ ਤੇ ਇਹੀ ਕੰਮ ਮੈਂ ਕਰ ਸਕਣਾ ਤਾਂ ਇੱਕ ਅੱਛੇ ਤਰੀਕੇ ਨਾਲ ਗੁਫ਼ਤਗੂ ਇਸ ਤਰ੍ਹਾਂ ਹੀ ਹੁੰਦੀ ਹੈ ਕਿ ਤੁਸੀਂ ਕਿਸੇ ਐਸੇ ਬੰਦੇ ਕੋਲੋਂ ਗੱਲ ਸਮਝ ਲੈਂਦੇ ਹੋ ਜਿਹੜਾ ਤੁਹਾਡੇ ਨਾਲੋਂ ਜ਼ਿਆਦਾ ਮੋਤਬਰ ਹੋਏ, ਜਿਹਦੀ ਕੋਈ ਗੱਲ ਦੀ ਵੁਕਤ ਹੋਏ, ਜਿਹਦਾ ਇਲਮ ਵੀ ਜ਼ਿਆਦਾ ਹੋਏ, ਬਜਾਏ ਇਹਦੇ ਕਿ ਮੈਂ ਕੋਈ ਬਰੌਡ ਲਗਾ ਕੇ ਕੋਈ ਗਾਲਾਂ ਕੱਢਾਂ ਕਿ ਉਹ ਵੇਖੋ ਇਹ ਕੀ ਗੱਲ ਕੀਤੀ ਹੈ, ਮੁਨਾਫਕ ਹੈ, ਕਾਫਰ ਹੈ, ਇਹ ਕਾਫਰ ਹੈ, ਇਹਦੇ ਨਾਲ ਮਿਲੋ ਨਹੀਂ, ਇਹਦੇ ਨਾਲ ਗੱਲ ਕਰੋ, ਇਹਨੂੰ ਥੱਲੇ ਉਤਰ ਜਾਓ। ਜਿਸ ਤਰ੍ਹਾਂ ਮਿਸਾਲ ਦੇ ਤੌਰ ਤੇ ਕੋਈ ਬੰਦਾ ਕਿਸੇ ਬਰੌਡ ਦੇ ਘਰ ਬੈਠਾ ਹੈ ਤੇ ਮੈਂ ਉਹਦੇ ਖਿਲਾਫ ਗੱਲਾਂ, ਮੈਂ ਨਹੀਂ ਇੰਜ ਕਰਦਾ ਭਾਈ। ਅੱਛੀ ਗੱਲ ਇਹ ਹੁੰਦੀ ਹੈ ਕਿਸੇ ਐਸੇ ਬੰਦੇ ਕੋਲ ਗੱਲ ਸਮਝ ਲਓ, ਜਮਾਤ ਦੇ ਵਿੱਚ ਸਮਝ ਲਓ, ਔਰ ਕਿ ਜਿਹੜਾ ਬੰਦੇ ਨੂੰ ਇਲਮ ਤੁਹਾਡੇ ਤੋਂ ਜ਼ਿਆਦਾ ਹੈ, ਜਿਹੜਾ ਬੰਦਾ ਓਫੀਸ਼ੀਅਲ ਹੈ, ਮੈਂ ਇਹੋ ਹੀ ਰਸਤਾ ਇਖਤਿਆਰ ਕਰਨਾ ਵਾ। ਕੋਈ ਲੜਾਈ ਝਗੜਾ ਤੇ ਹੋਇਆ ਹੀ ਨਹੀਂ। ਜਵਾਦ ਭਾਈ ਮੇਰੇ ਉਹਨਾਂ ਨੇ ਗੱਲ ਸੁਣ ਲਈ ਹੈ, ਉਹਨਾਂ ਨੇ ਸਮਝ, ਮੇਰੇ ਅੱਜ ਵੀ ਦੋਸਤ ਨੇ, ਭਾਈ ਨੇ ਮੇਰੇ, ਜਿੰਨੇ ਵੀ ਅਹਿਮਦੀ ਨੇ, ਮੈਂ ਤੁਸੀਂ ਨਹੀਂ ਦੇਖੋਗੇ ਕਦੀ। ਅੱਜ ਇੱਕ ਮਿਸਾਲ ਸਾਹਮਣੇ ਹੈ, ਸਾਡੇ ਦੋਸਤ ਜਿਹੜੇ ਥੱਲੇ ਸੁਣ ਰਹੇ ਨੇ ਗੱਲ, ਉਹਨਾਂ ਵਾਸਤੇ ਵੀ ਤੇ ਤੁਹਾਡੇ ਵਾਸਤੇ ਵੀ। ਅੱਜ ਜਦੋਂ ਮੈਂ ਬਰੌਡ ਦੇ ਉੱਤੇ ਆਇਆ ਹਾਂ ਤੇ ਮੈਨੂੰ ਬਕਾਇਦਾ ਪ੍ਰਵੋਕ ਕੀਤਾ ਹੈ ਜਮਾਤ ਦੇ ਮੁਖਾਲਫੀਨ ਨੇ, ਮੁਆਨਦੀਨ ਅਹਿਮਦੀਅਤ ਨੇ, ਜਿਹੜੇ ਤੁਸੀਂ ਮੌਜੂਦ ਹੋ ਸਾਰੇ। ਅੱਛਾ ਤੁਸੀਂ ਆਪਣਾ ਪੂਰਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਫਲਾਣਾ ਬੰਦੇ ਨੇ ਤੈਨੂੰ ਗਾਲਾਂ ਕੱਢੀਆਂ, ਫਲਾਣੇ ਗਾਲਾਂ ਕੱਢੀਆਂ, ਤੁਸੀਂ ਮੇਰੇ ਜ਼ੁਬਾਨ ਦੇ ਵਿੱਚ ਉਹਨਾਂ ਦੇ ਬਾਰੇ 'ਚ ਕੋਈ ਗੱਲ ਹੀ ਨਹੀਂ ਸੁਣੀ ਹੋਏਗੀ। ਮੈਂ ਕਿਹਾ ਜੀ ਨਹੀਂ, ਕੋਈ ਮਸਲਾ ਨਹੀਂ ਹੈ, ਉਹਨਾਂ ਦਾ ਪੁਆਇੰਟ ਆਫ ਵਿਊ ਹੈ, ਦੇਣ ਦਿਓ। ਤੁਸੀਂ ਦਿਲ 'ਚ ਤੇ ਕੱਢੀਆਂ ਨਾ। ना मैं नहीं निकाली, मैं कभी नहीं, मैं कोई गाली इनको नहीं निकाली ना, चाहे वो नासिर भट्ट साहब हों, चाहे वो दूसरे दोस्त हों। हाँ उनका ये स्टाइल है, वो ये करते हैं। एक दोस्त है वो मैं बड़ा हैरान होता हूँ, वो जब भी कभी मोहम्मद सैन की बात आ रही है ना, वो पता नहीं कहाँ से निकल आते हैं। वो कहते हैं ठहरो मैं आई जी पंजाब, मैं दसना आ गया, मैंने सारी गल दा पता है, ठहरो मैं दसना, अल्लाह दी कसम, खुदा दी कसम, मैं दसना सही। वो आ जाते हैं वो मेरे पे बात करने के लिए, वो मुझे नहीं पता लगता वो कहाँ से आते हैं। कौन बंदा है? शादी ना अब्दुल्ला दीवाना उन सबसे बड़ी उनकी जो अचीवमेंट है ना टिकटॉक के ऊपर, वो ये है कि उन्होंने मोहम्मद सैन को एक्सपोज किया है। बहुत आला। सबसे बड़ी अचीवमेंट उनकी ये है कि वो मोहम्मद सैन के बारे में सब कुछ जानते हैं, मोहम्मद सैन का नाम जानते हैं। वो कहते हैं, मैं दसा ए मोहम्मद सैन नहीं जी, ਇਹਦਾ नाम आसम खान जी, आसम खान। हेलो मैं खुद कही मैं अपने जुबान पे कई दफा कहता हूँ, सबसे पहले कहते हैं ठहरो मैं दसना, वो ऐसे। अच्छा फिर वो कहते हैं मैनू पता है, सारा पता है, और वो रिश्तेदार भी कहते हैं मेरा, ऐसे रिश्तेदार इनको जिंदगी में कभी नहीं मिला, जिंदगी में कभी नहीं मिला। क्यों तुझे गए नहीं दोबारा ससुराल? मैं कहना जिंदगी में कभी मिले, मैं वेखे नहीं है बंदा कौन है, अल्लाह की कसम खा के मैं कहना मैनू नहीं पता। लेकिन वो कहता मैं रिश्ता, मैनू सारा कुछ पता लग गया है। तो वो मतलब भी सोरियां घट वध जाते हो। नहीं ऐसी बात नहीं, कतन बात, गलत बात है। मैंने कभी भी उनके खिलाफ भी कभी कोई बात नहीं की। अभी आज आप लोगों ने कोशिश की कि मैं कोई बात करूं, लेकिन मजाल है मेरी जुबान बंद है, मैं कभी नहीं करूंगा। नहीं मैं कोशिश कर रहा हूँ, आप कुछ करें। आप कोशिश 50 दफा भी करो ना कि मैं उनके खिलाफ बात करूं, मैं नहीं करूंगा उनके खिलाफ बात। क्यों? क्योंकि अगर कोई इल्मी बात होगी तो मैं इल्मी बात में इख्तलाफ करूंगा, वैसे मैं कोई इख्तलाफ उनसे नहीं करूंगा, कभी भी नहीं करूंगा। उनका मिजाज है, वो बात करते हैं, कोई मसला नहीं है, तनकीद करने का हक है लोगों को, लोग करते हैं। आज मैं बड़ा हैरान हुआ यूसुफ साहब कि मैं आया और यहाँ पे नजफ अब्बास और अमीर साहब ने एक ऐसी हवा कायम कर दी कि वो अलीम साहब आपको गालियां निकाल रहे थे, सुबह सुबह गालियां पड़ गई अलीम नू, फलाने का कि अलीम आगे से अब निकालेगा उनके खिलाफ। मेरी मेहरबानी गालियां तो उन लोगों ने दी हैं, लेकिन इन लोगों से थोड़ी सी ठीक है, मिस्टेक हुई है, ये रिकॉर्ड नहीं किया। ये गालियां मीर तो साहब लोगों ने ने कहा, अच्छा मीर साहब ने कहा, और मीर साहब अहमद अली साहब ने भी। कभी भी गलत बयानी नहीं करते। मीर साहब ने जो सुना है और ऐसा ही सुना है, लेकिन रिकॉर्डिंग नहीं की। लेकिन ये देखिए ना, असल तो सबूत की बात है ना। तो मैं तो उन अपने दोस्तों पे उसने जान रखता हूँ कि उन्होंने कोई गाली नहीं निकाली, जितनी रिकॉर्डिंग सुनी उसमें से कोई गाली नहीं थी है, सिवाय इसके कि वही मेरे मेहरबान दोस्त हैं, वो कहते हैं टेरर मैं दसना, मैनू सारा पता जी, मैं दसना। चलें आप उसके उनसे अलावा मुझे अगर वो इस चीज को डिनाई कर दें कि हमने कोई गाली नहीं दी, तो हम नहीं, मीर कोई मसला नहीं। से देखो मीर साहब से पहले मैं आपसे माजरत कर लूंगा कि देखो हमारे साथ ये जो वो आपके दोस्त है मुंह पे ना, कह दे कि नहीं मैंने नहीं गाली दी। देखो ये जो जमात अहमदिया के दोस्त है ना, मैं आपको एक बात बता दूं, अगर ये गाली निकाल भी लेना मुझे, अगर मुझे ये गाली निकाल भी लें,
پھر بھی میں کبھی بھی یہ میر صاحب اور نجف عباس اور ان کے پرووک کرنے پہ ان کے خلاف بات نہیں کروں گا. یوسف بھائی یہ یاد رکھنا. ਤੁਸੀਂ ਬਾਰ-ਬਾਰ ਲਈ ਜਾ ਰਹੇ ਹੋ ਸਰਕਾਰ. ਮੈਂ ਤਾਂ ਕੋਈ ਗੱਲ ਵੀ ਨਹੀਂ ਕੀਤੀ, ਮੇਰੇ ਸਾਹਮਣੇ ਤਾਂ ਕਿਸੇ ਨੇ ਕੋਈ ਗਾਲ ਵੀ ਨਹੀਂ ਕੱਢੀ. ਮੈਂ ਤਾਂ ਐਵੇਂ ਆਖਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਤੁਹਾਨੂੰ ਫਲਾਣੇ ਗਾਲ ਕੱਢੀ. نہیں گال ਮੈਂ گالا ਵੈਸੇ ਜਾਇਜ਼ ਗੱਲ ਕੀਤੀ. گالا انہوں نے کڈیاں نے اے تے شور شوٹ ہے. لیکن او محمد حسین صاحب کہہ رہے ہیں کہ میں نہیں مانتا کیونکہ محمد حسین صاحب نے تے حسن زن نے. تے میرا خیال ہے جو تہاڈے منہ تے کہہ دین کہ نہیں کڈیاں تے اسی اپنے لفظ واپس لے لیں گے, ریکارڈنگ بھی ڈیلیٹ کر دیں گے. دیکھیں ایک بات ابھی اسی براڈ کے اوپر کوئی 2-3 منٹ کی ریکارڈنگ سنائی گئی. میں یہ بالکل کہتا ہوں اس میں نہ ناصر بٹ صاحب نے مجھے گالی نکالی, نہ وہ میرے مہربان جو ہیں دوست آئی پنجاب صاحب, انہوں نے بھی مجھے کوئی گالی نہیں نکالی. اگر یہ کہنا کہ وہ میرے بارے میں بات نہ کریں, کسی کے بارے میں بات نہ کریں, یہ زیادتی ہے. ان کا بھی حق ہے کہ وہ اگر بیٹھے ہیں گلاں کرنے واسطے ہی ہوندیاں نے. انہوں نے ہاں بات ضرور کی ہے کہ مجھے اس براڈ پر نہیں جانا چاہیے تھا کل جب امن نذیر کی اور اکبر کی بات ہو رہی تھی, اور انہوں نے یہ شک کا اظہار ضرور کیا, قیاس رائے ضرور کی کہ ان کو کنفرم ہے کہ محمد حسین کو کال کر کے بلایا ہوگا کہ آؤ ہماری جان چھڑاؤ, اکبر خان ہمیں گالی نکال رہا ہے. میں اس بات پر حیران ہو رہا تھا اور میں نے اس کا بلکہ جواب بھی دیا کہ یہ بات قطعاً غلط ہے, ایسا کوئی واقعہ نہیں ہوا. دوسری بات یہ ہے کہ اگر یہ مان لیا جائے کہ اکبر خان گالیاں نکال رہا ہے عامر نذیر کو, اور اگر محمد حسین نہ آتا تو عامر نذیر کو زیادہ گالیاں پڑتی, اکبر خان جیت جاتا, عامر نذیر ہار جاتا. میری سمجھ میں یہ سائنس نہیں آتی ہے. میرا اس کا خیال ہے کہ نقصان عامر نذیر ہوتا ہے صاحب اس تو بندے ہار ہی کو جو گئے ہیں نکال رہا ہوتا ہے. گالیوں کے مقابلے میں. عامر صاحب کو تو ایک بھی گالی نہیں دینے آئی, لیکن ہارے تو عامر صاحب ہی ہیں اس مقابلے میں. ہاں تو اس میں کچھ نہیں ہوتا. تو یہ میں تو سیدھی بات کرتا ہوں بھائی, مشکل باتیں کرنی آتی نہیں ہے مجھے. وہ اکبر خان صاحب وہ نے جو کل کل کہہ رہے تھے گالیاں نکالی ہیں, عامر بھائی کہ میں نے ایک نا بیان ریکارڈ کروایا ہے, ریکارڈ کر کے آن ایئر کیا ہے کہ زندگی کا کہتے کوئی پتہ نہیں ہے کب زندگی کا دیا بجھ جائے. تو کہتے میں نے ریکارڈ کر کے نا اس لیے صرف اس کو وائرل کرنے کی کوشش کی کہ اگر کوئی بھی میرا کوئی رشتہ دار, کوئی بھائی, کوئی بھتیجا, کوئی بھانجا یا اور کوئی عزیز رشتہ دار بیٹا کوئی کل کلاں کو دیکھے اور یہ سنے کہ اس کے والد کو, بھائی کو, چچا کو یا کسی بھی رشتہ دار وہ کوئی گالیاں لوگ دے رہے ہیں اور وہ سنے کہ جی وہ, پھر انہوں نے ریکارڈ کروایا کہ یہ سن کر بلکہ خوش ہونا اس بات پر کہ تمہارے بھائی کو یا تمہارے چچا کو گالیاں جو دی جا رہی ہیں وہ ناموس رسالت پر پہرا دینے کی وجہ سے دی جا رہی ہیں. تو یہ میرے لیے تمغے ہیں. جو لوگ تو یہاں پہ دیکھو نا, گالیاں دے رہے ہیں اس اکراس دا بورڈ میں بات کر رہا ہوں, جو بندہ بھی ہے چاہے وہ اپنے آپ کو مسلمان کہتا ہے یا اپنے آپ کو کسی اور مذہب سے تعلق رکھتا ہے, وہ تو اگر وہ گالیاں دے رہا ہے تو اس کا بھی ریکارڈ پہ آ رہا ہے, اور جس کو دے رہا ہے اس کی باتیں بھی ریکارڈ پہ آ رہی ہیں کون کس کو کس وجہ سے گالی دے رہا ہے. تو میرا خیال ہے یہ تو تمغے ہیں. اگر کوئی پیٹھ پیچھے یا کوئی منہ پہ بھی گالی دیتا ہے اور پھر وہ سمجھتا ہے کہ میں یہ بڑا کوئی عظیم کام کر رہا ہوں, کسی کو گالی دے کر اس کی زبان بند کر رہا ہوں, تو نہیں میرا خیال ہے کہ یہ الٹا نقصان ہوتا ہوا ہے. کل اکبر خان صاحب نے جو مجھے بھی گالیاں دی, اور انہوں نے کل یہ کہا کہ اگر مرزا مسرور صاحب یا علیم تم میرے سامنے آ جاؤ تو میں تم دونوں کی گردن اتار دوں گا. دیکھو انہوں نے مجھے جوڑا ہے خلیفہ المسیح خامس کے ساتھ, کہ اکبر خان صاحب نے کل یہ بتایا کہ جماعت احمدیہ میں مجھے 2 لوگ بہت برے لگتے ہیں, ایک خلیفہ وقت اور ایک محمد حسین. تو یہ میرے لیے تو ایک میڈل ہے. اور انہوں نے خالی مجھے گالیاں نہیں نکالی, انہوں نے کابرین کو بھی, ہمارے خلفاء کو بھی گالیاں نکالی ہیں. اچھا اب رہی بات یہ والی کہ وہ اکبر خان صاحب کو کیا مسئلہ ہے مرزا صاحب سے یا خلیفہ وقت سے, تو ان کو مسئلہ سمجھ آتی ہے, آتا ہے اچھے سے آتا ہے سمجھ, لیکن ان کو میرے پر بھی اتنا ہی غصہ ہے. اس کا مطلب یہ ہے کہ اکبر خان صاحب کو یا جمبا صاحب کے گروپ کو مجھ سے واقعی کوئی شدید مسائل ہیں. ان کو مجھ سے نفرت زیادہ ہے باقی احمدیوں سے. کیوں زیادہ ہے یہ دیکھنا پڑے گا. میں تو ان کو کوئی گالی نہیں نکالتا, میں تو کوئی کام کرتا ہوں جو تھوڑی بہت ویڈیوز ان کے خلاف بناتا ہوں اور بڑے ادب سے بناتا ہوں, لیکن ان کو تکلیف میری بہت زیادہ ہوتی ہے. یہ سوچنا چاہیے ہمیں کہ اگر میں لیکن بھی ان کو ویسے میں نے گالیاں آپ کی وہ نکالوں تو ویڈیوز وہ دیکھی ہیں جو چھوٹے چھوٹے کلپس ہیں, اس میں تو میرا نہیں خیال ہے کوئی خلاف بات کی ہے. وہ تو موصوف فرما رہے ہیں کہ ہمارے مجھ سے باتیں کرتی ہیں, دوبارہ مجھ سے باتیں کرتی ہیں. اتنے سے کلپ کے اندر میرا خیال اگر مخالفت وہ کر رہے ہیں تو
I don't know why. لیکن یہی بات سوچنی چاہیے کہ وہ ایون کہ ان کی جو ٹاپ کی لیڈرشپ ہے، جو 2-3 لوگ ان کے ٹاپ کے ہیں، ان کو پتہ ہے کہ میرے ان سے بڑے اچھے تعلقات ہیں، میری بڑے ایون کہ 1-2 دوست ایسے ہیں جو جماعت احمدیہ اصلاح پسند میں ہیں، اور میرے ان سے بڑے پرانے اور بڑے اچھے تعلقات ہیں، ان کو سب کو پتہ ہے۔ اور وہ بھی یہ بات کئی دفعہ میں ان سے بات کر رہا ہوتا ہوں، سوچ رہا ہوتا ہوں، وہ ان کو بڑا محسوس انہوں نے کیا ہوا ہے، یہ زیادہ اثر ڈالتا ہے ان پہ، ٹھیک ہے۔ جو میں یہ جو ادب کے دائرے میں رہ کے ان کے اوپر کچھ ویڈیوز بنائی ہیں اور جو بناتا ہوں اور آگے بھی میں ارادہ رکھتا ہوں، یہ ان کو نقصان دیتی ہیں۔ تو یہ ہے میری اچیومنٹ، جو کہ مجھے میرے لیے تو کل یہ تمغہ تھا، اور مجھے یہ اچھا لگا ہے کہ انہوں نے یہ کہا ہے کہ میں نے مرزا مسرور صاحب، آواز آ رہی میری؟ جی ہاں، بالکل آ رہے انہوں نے اس چیز کا اظہار کیا ہے کہ ان کو بہت تکلیف ہے میرے پاس اتنا ہی حق ہے جتنا وہ دیکھیں ہمارے خلفاء کو گالیاں نکالتے ہیں، برا بلا کہتے ہیں، تو میں تو ان کے کابرین کو برا بلا نہیں کہتا، میں اتنا ہی حق محفوظ رکھتا ہوں جتنا ان کے پاس ہے کہ وہ خلیفہ ثانی پہ بات کر سکیں، خلیفہ خامس پہ وہ بات کر سکیں۔ تو ایسے ہی میرے پاس بھی تو حق ہے نا کہ میں بھی ان پر بات کر سکوں۔ کیا خیال ہے؟ مجھے تو نہیں نا کہ روکے گا۔ السلام علیکم ورحمۃ اللہ وبرکاتہ۔ وعلیکم السلام حماد بھائی ویلکم۔ نہیں ویسے بھی علیم صاحب گالی نالوں بہتر میں بھی ایک جڑی عامر بھائی نے گل کی نا، مینوں اس چیز نے میرا رویہ چینج کیتا اور کافی حد تک چینج کر دیتا۔ ایک چیز ہوندی ہے کہ تسی گالی دے کے تے صرف سیکنڈ واسطے تسی گالیاں دیندے ہو، اور اپنی جڑی اصل گل ہے، جڑی یعنی کہ ہوندی ہے کہ تہاڈی وہ کسی دی ہدایت دا ہی باعث بن سکتی ہے، تو یہاں کہ ایک ایسی تلوار نال زبان ڈاڈی ہوندی ہے، تے اے چیز بہتر ہوندی ہے کہ تسی اچھے طریقے دے نال اپنی گل پوری پہنچا دو، وہ ساری رات سردا رہے۔ ایک اور بھی چیز دیکھیں، بات بالکل درست ہے۔ میں آپ دوستوں کو، جو نیچے دوست بھی بتا رہے ہیں، وہ بتا دوں کہ میں نے ایک ایشو اٹھایا ہے 1 سال سے، اور اس کو میں لے کے چلا ہوں، اور چوہان صاحب جو ہیں یہ خاص طور پر اس چیز کے گواہ ہیں۔ اور ہم وہ لاہوری جماعت سے بھی بات کرتے ہیں، یہ شیخ حفیظ صاحب بھی اس کا ٹک ٹاک کو نہیں پتا، ٹک ٹاک پہ وہ معاملات کئی دفعہ نہیں آتے ہیں۔ تو میں نے تو کوئی گالی نہیں دی، لیکن میں نے ایک کام کیا ہے، وہ بھی میرا کریڈٹ رہے گا، جیسے میں نے ابھی آپ کو پہلے بتایا کہ وہ سیاہی والے چھینٹوں کی جب بات ہوگی اور چھپکلی نہیں پیش ہوگی، یہ میرا کریڈٹ رہے گا، ہمیشہ رہے گا، کوئی مجھ سے چھین نہیں سکتا یہ، کیونکہ میں وہ بندہ ہوں جس نے اس پہ بات کی اور اس کو مکمل طور پر جماعت سے آفیشیل موقف میں نے لیا کہ نہ بھائی یہ خارق عادت ہے، یہ چھپکلی والی بات نہیں کرنی، یہ میرا کریڈٹ ہے۔ دوسرا کریڈٹ میرا یہ رہے گا، جو ان قریب آپ لوگ دیکھیں گے، خلیفہ اول کے بارے میں جو عقیدہ ہے ان کا جماعت احمدیہ اصلاح پسند کا، یہ پورا تبدیل ہوگا اور آفیشیلی تبدیل ہوگا، اور ان کا عقیدہ جو ہے وہ ٹھیک نہیں ہے۔ طارق چوہان صاحب سے میری بات ہو چکی ہے، اور آپ لوگ کو شاید یاد ہو نجف عباس بھائی کہ وہ ایگری کر گئے ہیں اس عقیدے پہ کہ خلیفہ اول جو ہیں، اگر آپ خلیفہ ثانی کو نہیں مانتے تو خلیفہ اول کو بھی آپ پھر ڈینائی کرو، ان کو بھی ڈسون کرو۔ یاد ہے آپ کو؟ سنا؟ نہیں، یہ بات تو آپ کی ہوئی ہے، لیکن علیم صاحب وہ چوہان صاحب جو ہے نا، خلیفہ اول جو آپ کے ہیں، کیا نام ہے کہ نور الدین صاحب، ان کی بھی مخالفت کرتے ہیں اور بہت بڑھ چڑھ کرنی کے پڑے گی کرتے نا، ہیں۔ میں جی، وہی کہہ رہا ہوں، کرنی پڑے گی، یہ کریڈٹ ہے میرا، یہ میرا جی، کریڈٹ ہے، اور لاہوری جماعت کو بھی کرنی پڑے گی۔ دوسری چیز یہ ہے کہ نصرت جہاں بیگم صاحبہ کے بارے میں بھی ان کے بہت سخت یعنی کہ بھائی خیال ہے۔ بات یہ ہے کہ یہ اگر خلیفۃ المسیح ثانی کو اگر آپ یہ بغض رکھتے ہیں ان کے لیے، تو یہ میرا کریڈٹ ہے کہ پھر آپ خلیفۃ المسیح اول کی آڑ مت لو، ان کی بھی پھر مخالفت آپ کو اسی وزن پہ کرنی پڑے گی، یہ میں ثابت کیا ہے۔ اور یہ چوہان صاحب جو ہیں وہ ایگری ہیں اس بات پہ، وہ کر کے میری 1 سال سے ان سے بات ہو رہی ہے، اور اگلے دنوں میں آپ دیکھیں گے کہ میری لاہور جماعت سے بھی بات ہوئی ہے، بجائے اس کے کہ میں ان سے گالیاں نکالوں اکبر خان صاحب کی طرح یا ان سے لڑوں، تو بہتر نہیں ہے کہ میں آف دا ریکارڈ آرام سے پیار سے اپنی بات کروں اور ان کے بڑوں سے بات کر کے ان کے آگے اپنا موقف رکھوں اور اس کو ثابت کروں۔ تو طارق چوہان صاحب وہ میرے موقف پہ کھڑے ہیں، آپ نے یہ سنا ہوا ہے کہ وہ آپ نے خود تصدیق بھی ابھی آپ نے نجف بھائی کی ہے کہ وہ ڈسون کرتے ہیں، وہ نہیں مانتے خلیفہ اول کو۔ تو اسی طرح اکبر خان صاحب کو بھی ڈسون کرنا پڑے گا، محترم جمبا صاحب کو بھی ڈسون کرنا پڑے گا، یہ شیخ حفیظ صاحب کو بھی ڈسون کرنا پڑے گا،
ये लाहौरी जमात को भी डिसोन करना पड़ेगा ये मौकफ, ये अपना खलीफा अव्वल को, और उनकी मुखालफत करनी पड़ेगी अगर आपने खलीफा सानी की मुखालफत करनी है। तो ये क्रेडिट मेरा होगा, इंशाल्लाह होगा। अगले दिनों में देखोगे आप, एक हफ्ते में, शायद ये अभी जो हफ्ता कल से शुरू हो रहा है, इसी हफ्ते के अंदर मेरी बात होगी और वो मैं पब्लिक करूंगा। वो बात तो मेरी 1 साल से हो रही है, अब हम उसको मैच्योर कर रहे हैं और आप देखेंगे मैं वो वीडियोस अपलोड करूंगा जिसमें ये वाजे खुल के मौकफ आएगा। और हो सकता है तारिक चौहान साहब और अकबर खान साहब एक दूसरे के आमने सामने खड़े हों, बिल्कुल आमने सामने खड़े हों। नहीं, वो तो चौहान साहब देखें, अकबर खान साहब काफ़ी हद तक बात मानते हैं अपना तारक चौहान साहब की, और मुझे नहीं लगता कि वो उनके मुखालफत करें। मैंने और कहा कि जंबा साहब की माननी पड़ेगी या तारिक चौहान की माननी पड़ेगी। अब 2 ऑप्शन अगर हों, जंबा साहब तो नहीं मानते, जंबा साहब तो तारिक चौहान साहब के मौकफ के उल्ट खड़े हैं ना, मैं आपको बता रहा हूँ। अब अकबर खान साहब को एक बंदे की बात माननी पड़ेगी, या चौहान साहब की या जंबा साहब की। तो बजाय इसके कि मैं इनसे लड़ूं या अकबर खान साहब को गाली का जवाब गाली से दूं, तो बेहतर नहीं है कि मैं इल्मी बात करूं और इल्मी तरीके से इनको बात दूं। नहीं, अगर आप जैसे भी करेंगे ना, उनके अंदर एक ना चीज़ पाई जाती है इत्तेहादी गलती की, वो टर्म यूज़ करते हैं। वो करे ना, मुमकिन है कि वो आप नहीं कर जंबा रहे, साहब को वो देखें नहीं कर मुखालफत रहे। करें। यही मौकफ है मेरा। आप बड़ी अच्छी जगह पे पहुंचे हो, नजफ अब्बास, वेरी स्मार्ट यार, आपने बड़ा जबर साहब ने बात की, आप पहुंच गए बात पे। यही मेरा मुतालबा है कि यहाँ पे इत्तेहादी गलती मानो अपनी, और इत्तेहादी गलती मान के निकलो। अब जो मैंने तारिक चौहान साहब का इंटरव्यू किया हुआ है, वहां पर जो मैंने बातें की हैं, आमतौर पर टिकटॉक के ऊपर वो बातें होती हैं और वो उनको बातों को उस तरह ऑन करते हैं। वो जो हाँ, वही ना, आप इंशाल्लाह लगे रहें, जिस हद तक जाना है वो आपका एक इंटरनल इशू है, वो जैसे भी इत्तेहादी आप गलती करना। माननी पड़ेगी उनको भाई, वो माननी पड़ेगी कि जंबा साहब से इत्तेहादी गलती ये हो गई है, इसको हम तस्लीम करते हैं। यही तो मेरा मुतालबा है। इसलिए मुझे कोई खास फिक्र नहीं है, क्योंकि ये देखो 2 बातें हैं नजफ। मैं आपको एक बात कहता हूँ, आखिरी बात मैं ये आपको समझाता हूँ कि ये जो दोस्त अभी अहमद अली साहब और मीर साहब ने जो भी सुबह सुबह आके यहाँ पर एक हवा खड़ा किया था ना इसी ब्रॉड के ऊपर, और इन्होंने नाकाम कोशिश की कि मैं अपने दोस्तों के खिलाफ कोई बात करूंगा, तो मैं भाई अपने कहूंगा, उनको अभी समझ नहीं आई इस बात की, उनको पता नहीं है। जो वो मेरे मेहरबान, मैं दोबारा जिक्र करता हूँ, जो कहते हैं अच्छा मोहम्मद सैन की गल हो रही है, ठहर ठहर मैं दसना, मैनू पता, मैनू माइक दे, मैं सारा दसना है, मैंने सारा पता है, इसका नाम आसम खान है, मैं दसना। ये सबसे बड़ी उनकी अचीवमेंट है, मैं उनकी बात कर रहा हूँ दूसरे दोस्त की। वो क्या, अब उनको ये लग रहा था कि अकबर खान साहब से जो मामला आता है वो गाली गलौज तक है। मैं ऐसा नहीं देखता चीजों को। मैं कैसे देखता हूँ, मैं ऐसे देखता हूँ कि मैंने ये इल्मी तौर पर बात की है, इल्मी तौर पर इनको मात दी है, अपना मौकफ मैंने साबित किया है, और अभी आने वाले दिनों में एक मौकफ होगा जमा साहब का, एक होगा लाहौरी जमात का, एक होगा चौहान साहब का। अब अकबर खान साहब को यहाँ पे डिसाइड करना पड़ेगा किसके मौकफ से खड़े होना है। तो ये होती है असल बात, बजाय इसके कि किसी को गालियां दूं या किसी को जवाब दूं या किसी और सियासत में आऊं। तो मैं सिर्फ इतना ही कहता हूं कि कुछ ने किसी की गालियों को भी आराम से सुनना होता है, और कोई मसला नहीं होता इससे, कोई आपकी हार जीत। मुझे अब क्या हो गया, मुझे 1.5 साल से गालियां पड़ी हैं या पड़ती हैं, या कोई दी होंगी किसी ने, या कोई नहीं भी दी होंगी, या अकबर खान साहब ही दे रहे हैं, अकबर खान साहब की हम बात करते हैं। तो मेरी सेहत पर इसका क्या असर हुआ है कि मैनू रोटी घट हजम होंदी है नजफ अब्बास साहब? नहीं, कुछ भी बहुत तड़वा लेकिन खराब ਮੈਨੂੰ है। ਨਹੀਂ ਲੱਗਦਾ ਕਿ ਤੁਸੀਂ ਐਡੀ ਆਸਾਨੀ ਨਾਲ ਇਹਨੂੰ ਅਚੀਵ ਕਰ ਸਕੋ। ਜਿਹੜੇ ਪੁਆਇੰਟ ਤੇ ਤੁਸੀਂ ਜਾ ਰਹੇ ਹੋ, ਜਿਹੜੀ ਤੁਹਾਡੀ ਡੈਸਟੀਨੇਸ਼ਨ ਹੈ, ਉਹ ਬਹੁਤ ਮੁਸ਼ਕਲ ਹੈ ਕਿ ਤੁਸੀਂ ਉੱਥੇ ਤੱਕ ਪਹੁੰਚੋ। चले, अब मैं ये बात आप मुझे एक हफ्ते में एक या चले मैक्सिमम 2 हफ्ते कहता हूँ, 2 हफ्ते में आप को ये नजर आ जाएगा, अब वाज़ेह मौक़िफ़ होगा। फिर अकबर साहब से आपसे पूछना है 1 हफ्ते के बाद कि हाँ भाई इनमें से किस मौक़िफ़ के साथ आप खड़े हैं। इनको माननी पड़ेगी बात तारिक चौहान साहब की। पता क्या डिफरेंस आपको मैं बता देता हूँ, जमात अहमदिया और जमात अहमदिया इस्लाह पसंद जंबा साहब जो ग्रुप है वो नॉलेज रखते हैं। इसमें बहुत बड़ा डिफरेंस है। आपको ये बात भी माननी पड़ेगी कि जमात अहमदिया और जमात अहमदिया इस्लाह पसंद में डिफरेंस है नॉलेज का, मिर्जा साहब की किताबों का, ये आपको मानना पड़ेगा। लेकिन वो इतनी आसानी नहीं है, 2 हफ्ते बहुत कम है। मैं आपको कह दूं महीना ले ले, महीना ले ले। आप बात कर लें। आप कितने लोगों को जानते हैं जमात अहमदिया इस्लाह पसंद के? बहुत सारे जो जहाँ पे मिले हैं, तो बहुत सारे, बहुत सारे तो नहीं। आप तो 2 के अलावा तीसरे को नहीं जानते। नहीं, मेरे गांव में भी एक घर है
نہیں उनको भी मैं आप जानता। 2 से ज्यादा तीसरे को नहीं जानते। हाँ वो ठीक है। वे क्या, अच्छा पहले ये ट्रूथ सीकर को ऊपर लेना, फिर बात कर लो, ट्रूथ सीकर को ऊपर लेना। मैंने कॉल डाली। हम्म। हाँ ठीक होगी बात। देखो भाई, हम्म, ठीक है मैं करवाता हूँ, ट्रूथ सीकर को ऊपर उठाना यार, ट्रूथ सीकर आ जाओ, कोई बात नहीं। अच्छा बात ये है कि जो मैं बात कर रहा हूँ भाई, मैं अपने कबीले के साथ हूँ, मैं अपनी मुखालफों के बारे में बात कर रहा हूँ। जो आप के इतराजात हैं मेरे कबीले के बारे में, मेरे धड़े के बारे में, वो आपको हक है, आप वो बात करो, आपको मैं तो नहीं रोक रहा। लेकिन ये डिमांड करना कि मैं अपने कबीले, मैं तो अपनी बात करूंगा भाई, मैं तो इल्मी बात करूंगा। जो मेरा इख्तलाफ है चौहान साहब से या जमा साहब से, मैं तो उसकी बात कर रहा हूँ। मेरा तो कोई मतलब नहीं है कि मेरा कबीला, मेरे लिए तो वो बिल्कुल ठीक है, वो जो भी कहते हैं वो बिल्कुल ठीक कहते हैं, मुझे तो उसमें कोई नजर नहीं आता। वो इतराज आपको है, वो आपको लगता है कि यही बातें उधर है, नहीं मेरे लिए 2 मुख्तलिफ बातें हैं वो। ये बात है। अलीम साहब आप बात करो सारे, मैं जरा 1 मिनट ना बिजी हूँ, 5-10 मिनट तक का। हम्म, ठीक है ठीक है, चलें। बड़ी अच्छी गुफ्तगू हुई आज, और शेख साहब भी बैठे हुए हैं, तो शेख साहब की खिदमत में सलाम अर्ज करते हैं। शेख साहब जी वालेकुम सलाम। क्या हाल है, खैरियत से हैं? अल्हम्दुलिल्लाह। शेख साहब आप ये कंफर्म कर दें कि टिकटॉक पे तो दोस्तों को वो उतनी बातें ही पता होती हैं जितनी हम करते हैं। क्या ये बात दुरुस्त है कि खलीफा अव्वल के मौजू पर मेरी आपकी जमात के हाई लेवल पे और टिकटॉक के अलावा ये जो चौहान साहब के मौजू से बात हुई है, और आपको पता है, आपकी शायद सामने हुई हो? जी हाँ। ठीक है, तो मीर साहब ये वो बात है जो नजफ भाई को मैं कर रहा था, और इत्तेफाक से शेख साहब भी बैठे हुए हैं, तो उसमें मेरा एक बड़ा स्ट्रॉन्ग पॉइंट ऑफ व्यू है, और मुझे लगता है कि वो होगी, और इनकी जमात का भी, लाहौर जमात का भी है। और शेख साहब ये भी कंफर्म कर दें कि मेरा ये मुतालबा है लाहौर जमात से और जमा साहब से, जो मैंने अभी अर्ज किया है कि इनको खलीफातुल मसीह सानी के साथ अगर आप बुग़्ज़ रखते हैं, तो खलीफातुल मसीह अव्वल को भी आपको करना पड़ेगा डिसोन। मेरा यही मुतालबा है, मैं अपने मुतालबे की बात कर रहा हूँ। जी आपका मुतालबा तो यही है, लेकिन आपका मुतालबा कम से कम हमारी जमात के हवाले से मुझे जो जहाँ तक लगता है दुरुस्त नहीं है। ठीक है, उसके लिए आप अपना अल-फज़ल उठा के देख सकते हैं कि खलीफा अव्वल के इंतखाब के वक़्त भी मौलाना मोहम्मद अली साहब ने एतराज़ किया था। अगर तो होता ना कि जी उस वक़्त नहीं किया, खामोश बैठे रहे, रज़ामंदी ज़ाहिर की, दूसरे खलीफा पे आके कर दिया, और जिस शख्स के कहने पे किया था ख्वाजा कमालुद्दीन साहब, उनके कहने पे खामोशी इख्तियार कर ली थी, वही ख्वाजा कमालुद्दीन साहब आपके अल-फज़ल में मौजूद है। हज़रत मसीह मौद की वफ़ात के 20-25 दिन बाद मिर्ज़ा बशीरुद्दीन महमूद साहब को कह रहे हैं, यह अल-फज़ल का हवाला है, पैगाम सुलह का या लाहौरी जमात की किसी किताब का नहीं है। कमालुद्दीन साहब, मिर्ज़ा बशीरुद्दीन महमूद साहब मुस्तकबिल के खलीफा सानी को कह रहे हैं कि मेरे से एक बहुत बड़ी गलती सरजद हो गई है, जिसका तदारक अब मुमकिन नहीं, और वो गलती क्या है कि जो हमने खलीफा चुन लिया है। तो यहाँ पे आके आप, मेरा नहीं ख्याल है कि ये कह सकते हैं कि जी लाहौर जमात जो है उन्होंने इज्तिहादी गलती का एतराफ़ नहीं किया, या अपनी गलती जिस शख्स ने की है उस शख्स ने खुद मान लिया कि मेरे से बहुत बड़ी गलती सरजद हो गई है, जिसका तदारक अब मुमकिन नहीं। और फिर ठीक है, उन्होंने तजवीज़ पेश की कि अब गलती तो हो गई है, अब उसका हल ये है कि खलीफा जो हमने चुन लिया है हकीम नूरुद्दीन साहब, उनके इख्तियारात जो हैं वो लिमिटेड कर दिए जाएं। वो नमाजें पढ़ा लें, जुमा, ईद, शीद, जनाजा वगैरह, निकाह वगैरह पढ़ा दें, इस हद तक वो खलीफा रहें।
لیکن مرزا بشیر الدین محمود صاحب نے اس بات کو ماننے سے انکار کر دیا. ٹھیک تو ہے، آپ کم از کم یہ لاہوری جماعت کے یہ آپ میں کا موقف ہے نا، یہ آپ لوگوں کا یہ موقف ہے، میرا موقف نہیں ہے. لاہور میرا جماعت کا موقف موقف ہے. ہاں ٹھیک ہے، یہ کہیں وہ جماعت اور لاہور کا موقف ہے. یہ ہاں وہ جیسے آپ کی جماعت میں کہتی ہے نا کہ یہ میرا موقف ہے، کوئی میری جماعت کا موقف نہیں ہے، جو ایسی بات نہیں ہے. یہ میری جو جماعت کا موقف ہے. جو آپ نے ابھی موقف بیان کیا ہے، بالکل ایسے ہی موقف، اور یہی موقف میں جانتا ہوں کہ آپ کی لیڈرشپ نے بھی یہی موقف دیا تھا. میں درست بات کہہ رہے ہیں آپ. لیکن یہی موقف، اسی طرح کا موقف، آپ والا ہی موقف، بلکہ فوٹو کاپی موقف، یہ جماعت احمدیہ اصلاح پسند کا بھی ہے. لیکن جماعت احمدیہ اصلاح پسند سے چوہان صاحب بالکل اب 180 ڈگری پہ کھڑے ہیں نا، وہ موقف مان گئے ہیں. اور ایک اور دوست ہیں جماعت احمدیہ اصلاح پسند کے، وہ بھی بڑے قریب آ چکے ہیں، وہ بھی مان گئے ہیں. اور میری یہ کوشش ہے کہ یہ موقف آپ کو بھی اب میرا ماننا پڑے گا. آپ کے جو دلائل ہیں وہ بڑے کمزور ہیں. جو آپ کی میں نے بات کی ہے، اور انشاءاللہ اس ہفتے میں بات اس پہ ہوگی. اب تو میں نے پبلکلی بھی یہ بات کر دی ہے، اب جلدی اس پہ کرنا پڑے گا. میرا یہ خیال ہے کہ آپ لوگوں کے دلائل انتہائی کمزور ہیں. آپ نہیں ٹھہر پاؤ گے اس طوفان کے آگے، ان حوالہ جات کے طوفان کے آگے جن کے آگے طارق چوہان نہیں ٹھہر پایا. نہیں یہاں یہ آپ کا ذاتی مجھے خیال لگتا ہے ایسے، مجھے لگتا آپ کا ہے ذاتی خیال ہے. بات یہ ہے کہ اگر آپ پھر کمپیریزن کرتے ہیں خلافت کو اور مرزا بشیر الدین محمود صاحب کو لاہوری جماعت کے تناظر میں، کہ جی انہوں نے ان کو چلو جی بحالت مجبوری مان لیا، تو بحالت مجبوری مرزا بشیر الدین محمود کو بھی مانتے جب ایک کو مان لیا. تو بات یہ ہے کہ پھر وہاں پہ آپ کے سامنے ہم کھڑے ہوتے ہیں، حکیم نور الدین صاحب کے عقائد کیا تھے اور مرزا بشیر الدین محمود صاحب کے عقائد کیا تھے؟ کیا 100% سیم تھے؟ پھر تو آپ کہہ سکتے ہو لاہوریوں کو کہ ہاں بھائی فرق ہی کیا ہے، ایک جیسے عقائد ہیں دونوں کے، ایک عقائد نقطے کا فرق نہیں ہے، تو تم نے اس کو مان لیا اسی عقائد پہ، اس کو کیوں نہیں مانتے؟ یہاں پہ زمین اور آسمان کا فرق ہو گیا عقائد میں. خلیفہ اول نے کوئی کتاب منسوخ نہیں کی حضرت مسیح موعود کی اپنے دور خلافت میں. کیا 1891 سے پہلے کی جتنی کتابیں ہیں یا اتنی ہیں 1901 سے پہلے کی جتنی ہیں تمام منسوخ ہیں، ان سے حوالہ پکڑنا درست نہیں ہے. یہ ہے وہ ہے، حضرت صاحب نبی ہیں، جو ان کو نبی نہیں مانتا وہ نہ صرف کافر، پکا کافر، دائرہ اسلام سے خارج ہے. یہ چیزیں آپ کو فیس کرنی پڑیں گی لاہوری جماعت کی طرف سے. آپ نہیں کہہ کریں سکتے. گے ہاں تو کریں پھر گے ہم فیس. آپ کس طرح یہ دعویٰ کر رہے ہیں کہ میں جی بتاتا کے ہوں آپ کو، دلائل انتہائی کمزور ہیں؟ میرا آپ تو ایک موقف منٹ بڑا ہی مجھے بات سادہ ہے. مکمل کرنے دیں. ان دلائل کے سامنے آپ سمجھتے ہیں کہ آپ مرزا بشیر الدین محمود صاحب کے دلائل اور عقائد اتنی مضبوطی سے لا کے سامنے کھڑے کریں گے کہ لاہوری جماعت جو ہے وہ لاجواب ہو جائے گی کہ یہ کیا کر دیا ہے؟ بالکل میں یہ سمجھتا ہوں، اور ہم نے یہ کر کے دکھایا ہے. یہ میں نے کر کے کہاں دکھایا کر ہے کے دکھایا؟ کہ میں آپ کو بتاتا ہوں. دیکھو میرا یہ پوائنٹ آف ویو ہے ہی نہیں، اور یہ بحث نہیں، میری تو بڑی سادہ بحث ہے. جس چیز کو، جس عمل کو آپ کرائم سمجھتے ہو، آپ اس کو کرائم سمجھتے ہو، روح گردانی سمجھتے ہو مرزا صاحب کی تعلیم سے، تو بھائی پھر اس کرائم میں پارٹنر آف کرائم آپ کو لینا پڑے گا خلیفۃ المسیح اول کو. یہ ہے میرا وہ مدعا، نہیں، آپ کا اور اس غلط کو ہے. میں ثابت کروں گا، اس کو ایکسپلین کر میں دیا، کروں گا ثابت آپ کو اس کا. میں نے آپ کو ایکسپلین کر دیا کہ حکیم نور الدین صاحب کے کوئی بھی عقائد اس قسم کے نہیں تھے، نہ انہوں نے کسی کو تعلیم دی اس انہوں نے قسم خلیفۃ کی. المسیح ثانی کو تعلیم دی، انہوں نے نہیں، انہوں نے کیا انہوں نے تعلیم دی؟ صحیح کی. خلیفہ دیکھو اول نے میرا مدعا صرف اتنا ہے. جی ہاں، خلیفہ انہوں نے اول نے خلیفۃ مرزا المسیح بشیر الدین اول محمود صاحب کو خلیفہ اول نے مرزا بشیر الدین محمود صاحب کو تعلیم دی کہ حضرت صاحب نبی ہیں، اور جو ان کو نبی نہیں مانتا وہ نہ صرف کافر، پکا کافر میں اور جی دائرہ بتا اسلام دیتا سے ہوں، خارج ہے. یہ میں جی تعلیم آپ بتا کا دیتا کہنے کا ہوں، مطلب ہے میں خلیفہ اول کی طرف سے دی گئی تھی مرزا میں بشیر جی الدین. آپ کو یہ بات بتا دیتا ہوں کہ یہ پودا جو بعد میں قد آور درخت بنا، اور جماعت احمدیہ عالمگیر میں اس قد کا مسیح موعود کے بعد کوئی بندہ پیدا نہیں ہوا. اور میرے خیال میں مسیح موعود کے بعد دوسری بڑی شخصیت حضرت مسلم موعود ہے. میں آپ کو بتاؤں کہ یہ پودے کو لگانا، پانی دینا، تگڑا کرنا، صحیح کرنا، کوشش کرنا، خلافت کا مصداق ٹھہرانا، یہ خلیفۃ المسیح اول رضی اللہ تعالیٰ عنہ نے یہ کام کیا، اور بڑا اچھا کام کیا. انہوں نے کوئی بہت زبردست کام کیا، اور ان کو آگے کیا، اور ان کو تعلیم و تربیت ان کی اور صحیح کی کوشش کی کہ وہ خلیفہ بنے.
تو اس بار یہ وہ بنیادی نقطہ ہے جس کی وجہ سے آپ کو اگر کرائم آپ سمجھتے ہیں نقل کفر ناباشد، میں یہ بات میں تو نہیں سمجھتا، اگر آپ لوگ یہ سمجھتے ہیں تو پھر پارٹنر آف کرائم آپ کو لینا پڑے گا خلیفہ اول کو. اس کا جواب آپ قیامت کی صبح تک نہیں دے اچھا پائیں مجھے گے. ایک بات بتائیں، آپ کو میں ایک اپنا نمائندہ منتخب کروں اور میرا خیال ہو کہ جی میرے بعد علیم صاحب جو ہیں وہ اس منصب پہ جس پہ آج میں ہوں خلافت کے، کل کو علیم صاحب ہی اس کے اہل ہیں، اور میں ایک سٹیٹمنٹ جاری کروں کہ علیم جو ہے وہ انتہائی جوشیلا اور نالائق انسان ہے اور اللہ مجھے اس سے نجات دے، یہ میرا اگلا خلیفہ بھی ہے، یہ ممکن ہے؟ یہی بات تو آپ نے سمجھانی ہے، نہیں، یہ آپ نے یہی ہمیں تو بتانا ہے دلائل کہ میں پیش کروں گا آپ کو، ایک شخص کے بارے میں یہی آپ بات بتا تو میں رہے ہو آپ کہ کو ان کی بتاؤں خواہش تھی گا. یہی شخص میرا خلیفہ ہو، اور اس کے بارے میں وہ کہہ رہے ہیں انتہائی ہاں، جوشیلا اور اور نالائق ہے اور یہی یا شخص اللہ مجھے اس سے میں نجات دے. بڑی اچھی بات آپ نے کی، اور یہی وہ شخص جو ان کو کہہ رہا ہے کہ یار نلائق ہے، اور وہی کہتا ہے کہ یہ میرا پیارا ہے، یہ میرا پیارا محمود ہے، اور میں یہ سمجھتا ہوں کہ میرا تو خلافت پر حق ہی نہیں ہے. اگر کسی کا خلافت پر حق ہے تو اسی میرے پیارے کا وہ میرا، وہ پبلکلی بات کرتے ہیں یہ پبلکلی کرتے ہیں، اپنے اور انہوں خطبے نے میں. جیسے سنیں آپ سنیں 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 آپ سنیں صحیح کہہ رہے ہیں، انہوں نے یہ اس کو کہا. ابھی الٹا، ابھی آپ کی بات پوری کی پوری دیکھنا، یہ میرا فکرہ کیسے کھاتا ہے. جو میں فکرے بولنے لگا ہوں نا، آپ کی یہ نلائق والا حوالہ پورے کا پورا ایسے کھایا جائے گا اور ہضم ہو جائے گا کہ نظر بھی نہیں آئے گا. یہی شخصیت خلیفۃ المسیح اول، جو کہ میں واضح کرتا چلوں کہ میرے موقف کے لحاظ سے انہوں نے بڑا اچھا کام کیا. اب میں آپ کے موقف کی بات کر رہا ہوں. اگر آپ یہ کہتے ہیں کہ انہوں نے نلائق کہا، لیکن خلیفۃ المسیح اول حکیم صاحب نے یہ بات کی، اور یہ بات آپ کی بات سے بڑی وزنی ہے، اور آپ کی بات اس کو رد کبھی نہیں کر پائے گی کہ میرا پیارا محمود خلافت کا اصل حقدار ہے. پہلے نمبر پہ میں نے اس کو پڑھانے لکھانے میں کوئی کسر نہیں کی، میں نے صحیح کی. اور میں یہ سمجھتا ہوں کہ اگر کوئی خلافت کا حقدار ہے، نمبر 1 میرا پیارا محمود جانشین ہو، جو کہ حضور کا بیٹا ہے، یا پھر میر ناصر نواب جو کہ خسر کی حیثیت سے حقدار بنتے ہیں، یا پھر ان کے داماد، نہیں تو حضرت ام المومنین خلافت کی حقدار ہے. یہ فکرے میرے نہیں ہیں، یہ فکرے انہی کی ہیں جو آپ ابھی بتا رہے ہو کہ انہوں نے کہا کہ نلائق ہے اور ایک جشیلا منٹ ہے. یہاں رک جائیں. اب سب نے آپ کی بات سنی ہے، آپ نے یہاں پہ عامر نذیر والا کام کیا ہے، آپ نے 3 بندوں کا نام لیے، کیا حکیم نور الدین صاحب نے مولانا محمد علی صاحب کا نام لیا یا نہیں؟ میں بہت اچھی طرح بتاتا ہوں، بڑا اچھا سوال ہے آپ کا، مجھے پتہ تھا نا. سنیں آپ، میں نے یہ جو بات ہے یہ آپ کی لیڈرشپ کو پیش کر دی ہوئی ہے، اور اس بارے میں معذرت کے ساتھ آپ کی لیڈرشپ کی طرف سے کوئی جواب نہیں آیا. وہ کیا بات میں نے پیش کی، میں نے آپ سے جو سوال پہلا پوچھا خطبہ ہے، میں اس میں کا نے آپ جواب سے صاحب دینے نہیں، لگا ہوں. میں نے آپ سے سوال. میں ایسا اس کا جواب دوں گا، بڑے اچھے سے دوں گا جواب. دیکھیے گا ذرا آپ سر، جو جس دن خلیفہ بنے حکیم صاحب، اسی دن کا جو پہلا خطاب کیا، ان میں ترتیب سنیے گا ذرا. سب سے پہلے انہوں نے نام لیا کس کا؟ میرے پیارے محمود کا. دوسرے نمبر پہ کس کا؟ میر ناصر نواب کا. تیسرے نمبر پہ کس کا؟ ان کے داماد کا. چوتھے نمبر پہ انہوں نے جا کے نام لیا مولوی محمد علی لاہوری صاحب رحمۃ اللہ علیہ کا. اور یہاں رک جائیے گا، پھر اب انہوں نے چھ لوگ ہیں، یہ 6 لوگ ہیں بھائی. ہاں، رک جائیں. نام لیے نا 4 انہوں نے، آخری نام لیا مولانا محمد علی صاحب. 6 آپ کا 6 نام اور بھی خیر لیا. نہیں، سن لینا، آپ کا نام لیا، دوسرے کا بشیر الدین محمود صاحب کا لیا، میر ناصر نواب کا لیا، فلانے کا لیا. ان میں آپ کے ایک اور بندے کا بھی نام لیا، وہ بھی آپ کے لیے بڑا اہم ہے، مجھے وہ بھی پتا سن لو. ہے، لیکن میں کیا کہتا ہوں وہ سنیں. جب یہ نام 1 بائی 1 انہوں نے لیے، نام لیے، آپ کا لیا، میرا لیا، اس کا لیا، لیکن جیسے کہ مولانا محمد علی کا لیا، اس کے آگے اپنے کمنٹس بھی دیے مولانا محمد علی میں صاحب وہ کے بارے بتاتا ہوں آپ کو، میں. وہ ابھی اس کو کمنٹس بھی ٹھیک بتائیں، کر مرزا لیتے ہیں. بشیر الدین کے بارے میں دیے. ہاں بہت تگڑے دیے، تھوڑے تھوڑے دیے، تو بڑے پھر تگڑے دیے. سنو، کا سب یہ سے وہ پہلے جو شخص ہے ترتیب ہے نا، کہ وہی بڑے تگڑے دیے. میں کہہ رہا ہوں آپ کے پاس کس کا حوالہ ہے ہی نہیں، آپ کھڑے ہی نہیں ہو پاؤ گے ان کے آگے، آپ کے پاس کوئی بات بچنی نہیں ہے. سنتے جو ترتیب سے ہمارے اب پاس کچھ نہیں بچتا اب جناب میری علی. بات سن، میں نے کہا کہ اگر ارے سن آپ یہ رہے ہیں، ٹھہر پائے
सारे तो सुन रहे हैं कि आपने मौलाना मोहम्मद अली साहब का नाम नहीं लिया, मैंने ले दिया, आपने मैंने कहा हाँ जी उन्होंने लिया था अभी लेकिन अभी आपके पास अभी मैं दलाइल आपको नहीं है। बताता हूँ ना मौलाना मोहम्मद अली लौरी के नाम के साथ क्या मैंने हुआ, कहा मैं कि बताने लगा हूँ उन्होंने आपको। उन्होंने किसी शख्स का जिनके नाम लिए 4-5 के किसी के बारे में कोई राय कायम नहीं की सिवाय मौलवी मैं मोहम्मद अली बताता के। हूँ आपको क्या राय राय बनी फिर। आपका ये दलाइल जो है इंतहाई कमजोर और आधी बेकार है, बात है ये, आधी इनकी बात है, कोई सुने बुकत पूरी नहीं बात है, सुने अभी। ये बिल्कुल वो हैं, ये हैं, आप ਉਹ इस ਗੱਲ ਤੇ किस्म ਕਰਨ की ਦਿਓ, बातें करते हैं। ਉਹ ਗੱਲ ਤੇ ਕਰਨ ਦਿਓ, ਅੱਧੀ ਗੱਲ ਹਲੇ ਹੋਈ ਹੈ ਨਾ, ਪੂਰੀ ਗੱਲ ਹਲੇ ਨਹੀਂ ਹੋਈ, पर ਪੂਰੀ ਗੱਲ ए, नहीं ए, हुई, ए, पूरी ਗੱਲ और ਉਹ एक नहीं हले मिनट पूरी ਗੱਲ, अल्लाह दिया बंदे गल उल्ट एक जानी है, मिनट ये खैर अभी साहब, एक 180 मिनट डिग्री का एंगल होने लगा बीच में, यार ये अच्छा अभी होने ट्विस्ट दें, आने पहले लगा है, पहले मेरी बात सुने। वो आते हैं ना सैयद मुजफ्फर शाह साहब जो आते हैं, शाह साहब, उनका ट्विस्ट भी होने लगा यही बाद में। उनका भी यही वतीरा है। वो पहले अगले से बात करने से जिसको मद्दे मुकाबल के अब आप पर घबराहट तारी हो जाएगी, अब आप परेशान हो जाएंगे, अब आपके पास जवाब नहीं होगा। वो खुद से अपनी फतेह का ऐलान कर रहा होता है ठीक साथ है, साथ। कौन 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 सैयद मुजफ्फर क्या नाम है उनका, वो जो शाह जी हैं ऐनक वाले, मुजफ्फर शाह साहब हैं क्या है? वही कहाँ हैं पे है? यार, ये हाफिज ग्रुप में मुजफ्फर आते साहब, हैं। हैं? हाफिज मुजफ्फर, हाफिज मुजफ्फर नहीं, सैयद मुजफ्फर शाह साहब जो हैं पता नहीं, ऐनक छोड़ो वाले, छोड़ो छोड़ो बात। शाह अच्छा अहमद नूरानी अभी के जो छोड़ो वो छोड़ो आते ही पहले अभी, ऐलान ये करते हैं, अब आप घबराहट का अच्छा शिकार छोड़ो हो गए, बात, छोड़ो, अब अच्छा आप बात पता परेशान क्या हो है, गए, अब आप अच्छा लाजवाब हो सुनो गए, सही, मैं बात तो फतेहयाब सुनो, हो गया। और भाई बात तो वही सुनो, काम आप बात कर रहे हो। नहीं मैं नहीं कर रहा हूँ, बात सुनो अभी, क्योंकि आधी बात हुई है ना, अभी आधी बात से मैं पूरी बात करूंगा तो 180 का एंगल आ जाएगा बीच में। मैं पहले ही बात करने लगा था, आपने चूंकि बीच में हुक्म किया कि मैं इधर रुक जाऊं तो मैं रुक गया था, वरना अगर मुझे पहली पूरी बात करने देते तो ये बात पहुंचती नहीं। ये जो तरतीब मैंने आपको बताई है ना, 4 नाम, अभी 4 नाम सुने हैं, ये 6 नाम है। इसमें एक और शख्सियत जिन्होंने खलीफातुल मसीह सानी का नाम भी पेश किया, किसमें उनकी खलीफा के तौर पर जिनको पेश किया और बाद में उन्होंने वापस लिया। अच्छा, ये आपकी तरफ से 2 लोग चले गए बाद में इस लिस्ट में से, ये बात दुरुस्त है। अब आगे बात सुनिएगा पूरी, ये है 1908 की बात, इसके बाद आता है 1909, 10, 11, 12, 10 में और फिर 12 में मौलाना मोहम्मद अली रहमतुल्लाह अलैह का नाम इस लिस्ट से उड़ गया। अब जो आपने मेरी आधी बात सुन के जो बात किसने, आगे ये भी करनी तो सी, बताएं किसने सुनो उड़ाया, ये भी बताएं सुनो ना। सुनो सुनो, मैं हकीम बताता हूँ, नूरुद्दीन साहब ने कब्र से उड़ाया। हाँ जी, हकीम 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 साहब ने उड़ाया। सुनो ये कैसे बात उड़ाया, करो। बताता हूँ आपको, बताता हूँ कैसे उड़ाया। सुनो, वो ऐसे उड़ाया, ये जो जब मैंने वो पहली बात पढ़ी थी ना, मैंने वो 1912 की पढ़ी थी। 1912 में वो सिर्फ 4 नाम ही थे, लेकिन चूंकि आपको इस बात का नहीं पता था, आपको 1908 वाली बात का पता था, या आपके ज़हन में 1908 वाला हवाला था, आपने मुझे फौरन मुतालबा किया कि भाई बाकी 2 नाम भी पढ़ दो, तो मैंने वो बाकी 2 नाम भी ले लिए। अभी तो आपने खातून का उन नाम दो नहीं पढ़ा बीच में, वो मैंने भी मैं कहूंगा वो को नहीं कि हाँ नहीं वो मैंने 1908 पढ़ना में कोई था, वो खतून मैंने का नाम 3 नहीं है। घंटे के बाद पढ़ना था कि नहीं। 1908 में कोई खतून का हाँ नाम नहीं है। हाँ 1912 में खतून का नाम है, जो मैं पहले पढ़ चुका हूँ। वो क्या है, दोबारा हाँ सुन लो। उन्होंने कहा, मेरा प्यारा महमूद नंबर 1, मीर नासिर नवाब खुसर की हैसियत से हजूर का दामाद, और फिर उम्मुल मोमिनीन चौथे नंबर पे। ये 4 नाम 1912 के पढ़े हैं मैंने। इधर मौलाना मोहम्मद अली लाहौरी का नाम है ही नहीं और कभी भी नहीं आया। 1908 के बाद, पहले दिन के खिताब के बाद, अभी जो आप मुझे ले गए थे ना वापस, 1908 में ले गए थे। मैंने जो बात की थी 1912 की थी। 1912 में नाम ही नहीं है ये हजूर ने, और ये ना सिर्फ नाम नहीं है, ऊपर इसके ऊपर वाले पैराग्राफ में ये कह के आए हैं कि ऐसी अंजुमन पर मैं थूकता भी नहीं हूं। लगी समझ? ये उसके तनाजर में वो डिनाइल आ गया हुआ है। 180 मैंने कहा था रुक जाओ, अभी ट्विस्ट आएगा, 180 का एंगल बन जाएगा। तो भाई ये वो बातें हैं जो नलायक और जोशीले और जज्बाती वाले बयान को खा जाती हैं। इसकी आपने सफाई देनी है। तो मैं कुछ बात कर सकता हूँ? अस्सलाम वालेकुम। जी वालेकुम सलाम शहजाद भाई, खुशामदीद, आइए। क्या हाल है? ठीक ठाक हैं आप? अल्हम्दुलिल्लाह। आपने बात सुनी है? आपको मेरी बातें ठीक लगी हैं? बिल्कुल ठीक है, मैं बात समझ गया हूँ सारी, कि हजरत मसीह अलैहिस्सलाम के दौर में ऐसी बातें करते हैं। सवाल तो सही किया करो अलीम भाई, वो कहेंगे आपकी बातें मुझे गलत लगी हैं। क्यों कह सकते हैं? वो उन्हें तुम्हारी मुखालफत करनी जमात की। जरूरी थोड़ी है कि वो मेरी हर बात से इत्तेफाक करेंगे। पूछे आपको बातें सही लगी हैं? नहीं नहीं शहजाद बिल्कुल नहीं, सही। मेरी बात सुने ना, शहजाद मैं भाई, अगर हमायत करूंगा, अगर हमायत करूंगा हफीज साहब, तो वो अपनी जमात की करूंगा ना, और जमात करूंगा ना,
اور جماعت میں میں حوالے دوں گا، پھر حوالوں کے ساتھ ہی بات ہوگی کہ ویسے ہو سکتی ہے کوئی؟ اس کے بغیر تو، حوالوں کے بغیر تو نہیں نا کوئی آپ سے کوئی بات کرے گا یا کوئی آپ کو ٹارگٹ کرے گا۔ آپ نے جو باتیں پیش کی ہیں اس سے اندازہ یہ ہوتا ہے کہ اگر کسی کو کوئی امان دے دے، یعنی یہ کہہ دے کہ یہ خلیفہ بن سکتے ہیں، مگر اس کے بعد اجازت یہ نہیں ہے، اس کے یہ معنی نہیں نکلتے کہ وہ جو چاہے کریں، اس کے معنی صرف اتنے ہی ہے کہ علیم صاحب نیکی میں میں، نا میری بات سنیں نا۔ شہزاد خرم صاحب صرف 2 منٹ کی گل کرنی ہے۔ علیم صاحب موجود ہو؟ جی جی علیم صاحب ایک چھوٹا جا کام ہے، اگر ہو سکے تو بڑی نوازش ہوئے گی۔ بسم اللہ۔ شاید پٹی صاحب دی براڈ دی ریکارڈنگ چاہیے پرسوں شام نو دبئی دا ٹائم تقریباً ایسی مینوں ٹائم نہیں یاد ہے، لیکن انہوں نے انصر رضا صاحب انہوں دی براڈ تے بیٹھے سن تے علی صاحب دی انہوں نے نال گفتگو ہوئی سی۔ ممکن ہے کہ تسی وہ ریکارڈنگ منگوا دیو؟ میں تو موڈریٹر نہیں جی انہاں دی براڈ دا، لیکن یہ ہے کہ میں موڈریٹر تے نہیں جی ہے انہاں دی نہیں، براڈ دا۔ اگر انہوں دی ریکارڈ، کیونکہ وہ تہاڈا انہوں نے نال ایک اچھا تعلق ہے، میں اج تک انہوں دی براڈ دے ویسے بیٹھا تے نہیں، سنیا انہوں نے ضرور ہے۔ اج تسی چاہ رہے ہو کہ انہاں دے نال گل ہو کے انہاں کول ریکارڈنگ لئی جے، انہاں کولوں لے تشریف لیاندے نے تے ہاں تشریف لے آن گے تے انہاں کول پوچھ لیو، میں بھی کہہ داں گا انہاں نوں۔ نہیں تسی کہنا، میں میری انہوں نال ایڈی یعنی کہ ہیلو ہے کو نہیں، ہاں البتہ انہوں دی براڈ ضرور سنی۔ نہیں وہ بڑے اچھے بندے نفیس آدمی نے، ٹھیک ہے چلو آندے نے تے میں انہوں پیغام دے داں گا۔ پلیز بڑی نوازش ہوئے گی جناب، بڑا بڑا کام ہوئے گا کیونکہ وہ پیغام دے دیاں گا۔ ہاں ہاں جی جی تے اور بھی دوست بڑی سن اچھی رہے نے، ڈسکشن۔ جدوں بھی تشریف لے آن تے انہاں نوں درخواست کرو کہ وہ نکل سکتی ہے 1 مہینے دی ریکارڈنگ، اگر وہ کٹ دین تانوں تے اچھی گل ہے، میں درخواست کراں گا جی انہاں نوں۔ بہت شکریہ جی شہزاد بھائی۔ ہاں وہ میں بات یہی کر رہا تھا کہ حضرت مسیح علیہ السلام کے بعد جو خلافت جاری ہوئی ہے اس کی پہلے اوائل میں ان کے جو اکابرین ہیں انہوں نے تائید کی ہے، باقاعدہ بیعت ہوئی ہے، اور بعد میں جو ان سے حالات پیش آئے ہیں، ان کی جو بھی کام تھے وہ خلیفہ وقت کو پتہ تو لگ جاتا ہے، حضرت خلیفہ تو مسیح اول رضی اللہ تعالیٰ عنہ کو پتہ تھا۔ اور اس کے بعد جب خلافت ثانیہ کا دور آیا ہے، جب منتخب ہونے کا خلافت کا، تو چننے کے لیے جب یہ اختلاف ہوا ہے تو اس میں سب سے پہلے جو پیش کی گئی ہے بات ان کی طرف سے کہ جی صدر انجمن حاکم ہوگی خلیفہ وقت پر، تو اس کا انکار سب صحابہ نے ہی مل کے کیا تھا اس وقت، کہ یہ صرف حضرت خلیفۃ مسیح ثانی رضی اللہ تعالیٰ عنہ کا جواب نہیں تھا بلکہ صحابہ بھی اس میں شامل تھے۔ انہوں نے کہا تھا کہ ہم خلیفہ ثانی کے علاوہ کسی کو چنیں گے ہی نہیں۔ میں آپ کو 70 صحابہ کا السلام علیکم علی آپ موجود ہیں؟ صحابہ کا آپ دکھا تو دیں گے، تمام صحابہ احمد علی آپ موجود ہیں؟ کیونکہ اوائل میں اگر ایسی کوئی بات ہوتی ہے تو بعض کو نہیں پتہ۔ احمد علی صاحب آپ موجود ہیں؟ 1 منٹ شہزاد صاحب بات سنیں میری۔ آپ حفیظ شیخ صاحب 1 منٹ ٹھہر جائیں ذرا۔ حفیظ شیخ صاحب علی صاحب تہاڈی آواز بڑی اچھی ہے یار۔ 1 منٹ ٹھہر جاؤ نا، 1 منٹ ٹھہر جاؤ بھائی، آپ بعد میں 1 منٹ مجھے صرف احمد علی سے بات کرنے دے، صرف 1 منٹ۔ آپ بعد میں ان سے کر لیں، پرائیویٹ میں کر لیں، کچھ نہیں ہوتا۔ آپ کی کوئی جان تو نہیں نکل چلی کہ یار مجھے بات کرنے دیں، میرے پاس 1 منٹ ہے۔ اچھا چلے ٹھیک ہے، اب آپ نے جو ہے نا یہ درود و سلام جو ہے نا یہ نہیں پڑھنا آپ نے بھائی، بتا دیں، نہیں تو ہم بھی پھر جو ہمارے یہ شہزاد صاحب لگے ہوئے ہیں نا، تو شہزاد صاحب آپ ذرا مہربانی کریے گا، اب نہ بولیے گا، ٹھیک ہے؟ نہیں تو ہم بھی پھر بولیں گے کہ جو پھر ہمارے دل میں ہوگا ہم بھی بولیں گے۔ ایک منٹ علیم صاحب، یوسف بھائی چلے گئے ہیں؟ ایک سیکنڈ میں دوبارہ گا رہا ہوں۔ یوسف صاحب چلیں گے، وہ ابھی وہ مونیٹر نہیں کر سکتے، تو نام ملک صاحب ہیں، تو میں پھر نا بزی ہوں، تو پھر بڑا لگائیں گے کیونکہ کنٹرول نہیں ہو رہا نا۔ مجھے بھی فون ابھی آیا ہے کہ ادھر کوئی رولا ڈال گیا ہے۔ صحیح ہے علیم صاحب؟ ٹھیک ہے ٹھیک ہے ٹھیک ہے، کیونکہ وہ ہے ہی کوئی نہیں، تو پھر مانیٹر ہی نہیں ہوگا تو پھر کیا فائدہ۔ وہ کہتے ہیں کافی دیر سے یوسفی صاحب۔ ٹھیک ہے، نہیں آپ انتظامیہ ہو، آپ بند کر دو پھر۔ نہیں میں تو مصروف ہوں گھر ہے، تو آ رہا نا، تو لڑکی سوئے ہوئے ہیں، تو پھر